ਅੱਛਾ, ਇੱਕ ਅਸੀਂ ਅੱਜ ਟੌਪਿਕ ਲੈਂਦੇ ਹਾਂ GST। ਮੈਂ ਇਹਦੀ ਫੁੱਲ ਫਾਰਮ ਪਹਿਲਾਂ ਦੱਸਤੀ ਸੀ, ਦੁਬਾਰਾ ਫਿਰ ਲਿਖਦਾ, ਗੁੱਡਸ ਐਂਡ ਸਰਵਿਸਿਜ਼ ਟੈਕਸ। ਇਹ ਕੀ ਹੈ? ਗੌਰਮੈਂਟ ਟੈਕਸ ਲੈਂਦੀ ਹੈ। ਕਿਹਦੋਂ ਲੈਂਦੀ ਹੈ? ਕੰਜ਼ਿਊਮਰ ਤੋਂ। ਇਹ ਗੱਲ ਪਹਿਲਾਂ ਆਪਾਂ ਕਰ ਚੁੱਕੇ ਹਾਂ ਨਾ। ਗੌਰਮੈਂਟ ਟੈਕਸਸ ਟੂ ਕਿਹਨਾਂ ਤੋਂ? ਕੰਜ਼ਿਊਮਰਸ। ਕੰਜ਼ਿਊਮਰਸ 'ਤੇ ਟੈਕਸ ਲੱਗਦਾ ਇਹ ਚਾਰਜ ਕਿਵੇਂ ਕੀਤਾ ਜਾਂਦਾ ਆ? ਕੰਜ਼ਿਊਮਰ ਦੇ ਉੱਤੇ ਇੱਦਾਂ ਲਾਇਆ ਹੋਇਆ ਵੀ ਜਦੋਂ ਕੰਜ਼ਿਊਮਰ ਨੇ ਦੁਕਾਨ ਤੋਂ ਸਮਾਨ ਲੈਣਾ ਆ ਤਾਂ ਦੁਕਾਨਦਾਰ ਕੰਜ਼ਿਊਮਰ ਤੋਂ ਆਪਣੇ ਸਮਾਨ ਦੇ ਪੈਸੇ ਲਊਗਾ ਅਤੇ ਨਾਲ ਹੀ ਉਹ ਟੈਕਸ ਵੀ ਲਊਗਾ। ਯਾਨੀ ਮੈਂ ਐਵੇਂ ਕਹਿੰਦਾ, ਸ਼ਾਪਕੀਪਰ ਆਦਿ ਕੰਜ਼ਿਊਮਰ ਹੈ। ਕੰਜ਼ਿਊਮਰ ਦਾ ਮਤਲਬ ਜਿਹਨੇ ਸਰਵਿਸ ਜਾਂ ਸਮਾਨ ਲੈਣਾ ਆ, ਇਹ ਸ਼ਾਪਕੀਪਰ ਹੈ, ਜਾਂ ਇਹਨੂੰ ਆਪਾਂ ਕਹਿ ਦਈਏ ਸਰਵਿਸ ਪ੍ਰੋਵਾਈਡਰ ਹੈ। ਜਿੱਦਾਂ ਇਸ ਵੇਲੇ ਤੁਸੀਂ ਇੱਥੋਂ ਟ੍ਰੇਨਿੰਗ ਲੈ ਰਹੇ ਹੋ ਅਤੇ ਮੈਂ ਤੁਹਾਨੂੰ ਟ੍ਰੇਨਿੰਗ ਦੇ ਰਿਹਾ, ਤਾਂ ਮੈਂ ਹੋ ਗਿਆ ਟ੍ਰੇਨਿੰਗ, ਇੱਕ ਸਰਵਿਸ ਉਹ ਪ੍ਰੋਵਾਈਡ ਕਰਨ ਵਾਲਾ। ਤੁਸੀਂ ਉਸ ਸਰਵਿਸ ਨੂੰ ਲੈ ਰਹੇ ਹੋ, ਤੁਸੀਂ ਕੰਜ਼ਿਊਮਰ ਹੋ। ਤੁਸੀਂ ਮੈਨੂੰ ਸਰਵਿਸ ਦੇ ਪੈਸੇ ਦਿੰਦੇ ਹੋ ਅਤੇ ਮੈਂ ਤੁਹਾਨੂੰ ਉਹਦੇ ਬਦਲੇ ਟ੍ਰੇਨਿੰਗ ਦਿੰਦਾ ਹਾਂ, ਉਹਦੇ 'ਤੇ ਟੈਕਸ ਲੱਗੂਗਾ। ਸਰਵਿਸਿਜ਼ 'ਤੇ ਟੈਕਸ ਹੈ ਅਤੇ ਗੁਡਸ 'ਤੇ ਵੀ ਟੈਕਸ ਹੈ, ਤਾਂ ਦੋਨਾਂ ਦੇ ਟੈਕਸਿਸ ਨੂੰ ਗੁਡਸ ਐਂਡ ਸਰਵਿਸਿਜ਼ ਟੈਕਸ ਕਹਿੰਦੇ ਆ। ਇਹ ਗੱਲ ਕਲੀਅਰ ਹੋਈ ਨਾ। ਹੁਣ ਜਿਹੜੀ ਆਪਣੇ ਇੰਡੀਆ ਦੇ ਵਿੱਚ ਸਰਕਾਰਾਂ ਨੇ, ਇਹ ਦੋ ਨੇ। ਵਨ ਇਜ਼ ਸੈਂਟਰ ਗੌਰਮੈਂਟ, ਦੂਜੀ ਹੈਗੀ ਆ ਸਟੇਟ ਗੌਰਮੈਂਟ। ਸੰਘੀ ਢਾਂਚਾ ਜਿਹਨੂੰ ਆਪਾਂ ਕਹਿ ਦਈਏ ਵੀ ਇੰਡੀਆ, ਇਹਦੇ ਵਿੱਚ ਅੱਗੋਂ ਫਿਰ ਸਟੇਟਸ ਨੇ। ਸਟੇਟ ਵੀ ਆਪਣੀ ਸਰਕਾਰ ਚਲਾ ਰਹੀ ਹੈ ਅਤੇ ਸੈਂਟਰ 'ਚ ਵੀ ਇੱਕ ਸਰਕਾਰ ਚੱਲ ਰਹੀ ਹੈ। ਤਾਂ ਕੁਛ ਕੰਮ ਇੱਦਾਂ ਦੇ ਨੇ ਜਿਹੜੇ ਸਟੇਟ ਨੇ ਕਰਨੇ ਹੁੰਦੇ ਆ, ਕੁਛ ਕੰਮ ਇੱਦਾਂ ਦੇ ਨੇ ਜਿਹੜੇ ਸੈਂਟਰ ਨੇ ਕਰਨੇ ਹੁੰਦੇ ਆ। ਜਿਵੇਂ ਆਪਾਂ ਇਹ ਜਾਣੀਏ ਕਿ ਸਕੂਲਾਂ ਦੇ ਜਿਹੜੇ ਜਿੰਨੇ ਵੀ ਸਕੂਲ ਨੇ, ਉਹ ਸਾਰੇ ਸਕੂਲ ਸਟੇਟ ਗੌਰਮੈਂਟ ਦੇ ਅੰਡਰ ਨੇ। ਤਾਂ ਸਕੂਲਾਂ ਦੀ ਜਿਹੜੀ ਟੀਚਰਸ ਦੀ ਸੈਲਰੀ ਸਟੇਟ ਗੌਰਮੈਂਟ ਪੇ ਕਰਦੀ ਹੈ। ਉਹ ਕਿੱਥੋਂ ਪੇ ਕਰੂਗੀ? ਟੈਕਸਿਸ ਕਲੈਕਟ ਕਰਦੀ ਹੈ ਸਾਡੇ ਤੋਂ। ਅਤੇ ਬਹੁਤ ਸਾਰੇ ਇੱਦਾਂ ਦੇ ਕੰਮ ਨੇ ਜਿਨ੍ਹਾਂ ਨੂੰ ਸੈਂਟਰ ਗੌਰਮੈਂਟ ਪੇ ਕਰਦੀ ਹੈ। ਜਿਵੇਂ ਆਰਮੀ ਹੈ, ਮੰਨ ਲਓ ਕਿ ਡਿਫੈਂਸ ਦੀਆਂ ਸਰਵਿਸਿਜ਼ ਨੇ, ਉਹਨਾਂ ਦੀ ਜਿਹੜੀ ਪੇ ਹੈ, ਉਹ ਜਿਹੜੀ ਮਹਿਕਮਾ ਸਾਰਾ ਉਹ ਸੈਂਟਰ ਗੌਰਮੈਂਟ ਦੇ ਅੰਡਰ ਆ ਜਾਂਦਾ ਆ। ਤਾਂ ਸੈਂਟਰ ਗੌਰਮੈਂਟ ਪੇ ਕਰਨ ਵਾਸਤੇ ਪੈਸੇ ਕਿੱਥੋਂ ਲਊਗੀ? ਲੋਕਾਂ ਤੋਂ ਇਕੱਠੇ ਕਰੂਗੀ ਟੈਕਸਿਸ ਦੇ ਰੂਪ 'ਚ। ਤੋ ਸਟੇਟ ਅਤੇ ਸੈਂਟਰ, ਇਹ ਦੋ ਗੌਰਮੈਂਟਾਂ ਨੇ। ਇਹਨਾਂ ਦੋਨਾਂ ਨੂੰ GST ਦੀ ਵੰਡ ਕਿਵੇਂ ਕੀਤੀ ਜਾਂਦੀ ਆ? ਅੱਧਾ ਅੱਧਾ, 50% ਇਹਨੂੰ, 50% ਇਹਨੂੰ। ਯਾਨੀ ਜਦੋਂ GST ਕਾਨੂੰਨ ਬਣਿਆ ਉਦੋਂ ਤੋਂ ਹੀ ਇਹਨਾਂ ਦੀ ਸਹਿਮਤੀ ਹੋ ਗਈ ਕਿ ਜਿੰਨਾ ਟੈਕਸ ਟੋਟਲ ਆਪਾਂ ਲਾਈਏ ਉਹ 'ਚੋਂ ਅੱਧਾ ਸੈਂਟਰ ਲਵੇ, ਅੱਧਾ ਸਟੇਟ ਲਵੇ। ਹੁਣ ਜਿਵੇਂ ਸਰਵਿਸ ਦੀ ਗੱਲ ਕਰਾਂ, ਸਰਵਿਸ ਦੇ ਉੱਤੇ 18% GST ਹੈ। ਜੇ 18% GST ਹੈ ਤਾਂ ਕੀ ਹੋਊਗਾ? 9% ਸੈਂਟਰ ਗੌਰਮੈਂਟ ਦਾ, 9% ਸਟੇਟ ਦਾ। ਇਹ ਦੋ ਟੈਕਸਿਸ ਪੈਣਗੇ। ਅਤੇ ਆਪਾਂ ਨੂੰ ਜਦੋਂ ਆਪਾਂ ਸਮਾਨ ਵੇਚਿਆ ਜਾਂ ਸਰਵਿਸ ਦਿੱਤੀ, ਉਹਦਾ ਇੱਕ ਬਿੱਲ ਕੱਟਣਾ ਜ਼ਰੂਰੀ ਕਰਤਾ ਗੌਰਮੈਂਟ ਨੇ। ਜਦੋਂ GST ਲਾਗੂ ਕੀਤਾ, ਉਹਨਾਂ ਨੇ ਇੱਕ ਨਾਲ ਰੂਲ ਬਣਾਤੇ। ਰੂਲ ਬਹੁਤ ਨੇ, ਆਪਾਂ ਥੋੜ੍ਹੇ ਥੋੜ੍ਹੇ ਜਿਵੇਂ ਜਿਵੇਂ ਜ਼ਰੂਰਤ ਪੈਂਦੀ ਤਿਵੇਂ ਤਿਵੇਂ ਕਰਦੇ ਹਾਂ। ਇੱਕ ਰੂਲ ਹੈ ਕਿ ਜਦੋਂ ਵੀ ਅਸੀਂ ਜਿਹੜਾ GST ਰਜਿਸਟਰਡ ਡੀਲਰ ਹੈ, ਇੱਥੇ ਇਹ ਵੀ ਗੱਲ ਜ਼ਰੂਰੀ ਹੈਗੀ, ਮੈਂ ਕੱਲ੍ਹ ਇਹ ਗੱਲ ਸਮਝਾਈ ਸੀ ਨਾ। GST ਰਜਿਸਟਰਡ ਪਰਸਨ ਕਿਹਨੂੰ ਕਹਿੰਦੇ ਆਪਾਂ? ਜਿਹੜਾ ਟੈਕਸੇਬਲ ਪਰਸਨ ਹੈ, ਇਹ ਹੋ ਗਿਆ ਟੈਕਸੇਬਲ ਪਰਸਨ। ਯਾਨੀ ਇਹ ਉਹ ਬਿਜ਼ਨਸ, ਉਹ ਵਿਅਕਤੀ ਜਿਹੜਾ ਸਰਵਿਸ ਜਾਂ ਸਮਾਨ ਵੇਚਣ ਲੱਗਿਆ ਟੈਕਸ ਕਲੈਕਟ ਕਰੂਗਾ, ਔਰ ਉਹ ਟੈਕਸ ਦੀ ਪੇਮੈਂਟ ਜਿੰਨੀ ਲੈ ਲੂਗਾ ਉਨੀ ਉਹ ਗੌਰਮੈਂਟ ਨੂੰ ਪੇ ਕਰੂਗਾ। ਇੱਕ ਹੁੰਦੇ ਨੇ ਅਨਰਜਿਸਟਰਡ ਪਰਸਨ। ਅਨਰਜਿਸਟਰਡ ਪਰਸਨ ਕਿਹੜੇ ਹੋਏ? ਦੱਸਿਓ ਤਾਂ, ਕੱਲ੍ਹ ਵਾਲੀ ਗੱਲ ਤੁਹਾਨੂੰ ਯਾਦ ਹੋਊਗੀ ਜਰਾ ਦੱਸਿਓ ਜੀ। ਅਨਰਜਿਸਟਰਡ ਪਰਸਨ ਕਿਹੜੇ ਆ ਅਤੇ GST ਰਜਿਸਟਰਡ ਪਰਸਨ ਕਿਹੜੇ ਆ? ਸ਼ਿਵਾਨੀ ਪਤਾ? ਸਾਇਲੈਂਟ ਹੋ ਰਾਜਕੁਮਾਰ, ਕੀ ਪਤਾ ਆ? ਮੈਂ ਕੱਲ੍ਹ ਦੇ ਕਲਾਸ 'ਚ ਦੱਸਿਆ ਸੀ ਕਿ ਜੇ ਤੁਹਾਡੀ ਟਰਨਓਵਰ 20 ਲੱਖ ਤੋਂ
ਵੱਧਦਾ ਤਾਂ ਗੌਰਮੈਂਟ ਨੇ ਤੁਹਾਡੇ ਉੱਤੇ ਇਹ ਲਾਗੂ ਕਰਤਾ ਕਿ ਤੁਸੀਂ ਆਪਣੀ ਸੇਲ ਜਿੰਨੀ ਵੀ ਤੁਸੀਂ ਕਰੋ ਹਰ ਆਪਣੇ ਕਸਟਮਰ ਤੋਂ ਟੈਕਸ ਦੀ ਕਲੈਕਸ਼ਨ ਕਰੋ। ਇਹ ਗੱਲ ਦੱਸੀ ਸੀ, ਗੱਲ ਯਾਦ ਆਈ? ਜੇ ਅਗਰ ਟਰਨਓਵਰ ਟੋਟਲ 20 ਲੱਖ ਤੋਂ ਜ਼ਿਆਦਾ ਆ ਫਿਰ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ GST ਦਾ ਰਜਿਸਟ੍ਰੇਸ਼ਨ ਕਰਵਾਓ ਅਤੇ GST ਆਪਣੇ ਕਸਟਮਰਸ ਤੋਂ ਸਮਾਨ ਦੀ ਵਿਕਰੀ ਦੇ ਨਾਲ ਉਹਦਾ ਟੈਕਸ ਵੀ ਲਾਓ ਔਰ ਉਹ ਟੈਕਸ ਅੱਗੇ ਗੌਰਮੈਂਟ ਨੂੰ ਪੇ ਕਰੋ। ਲੇਕਿਨ ਛੋਟੇ ਦੁਕਾਨਦਾਰ ਜਿਨ੍ਹਾਂ ਦੀ ਟਰਨਓਵਰ 20 ਲੱਖ ਤੋਂ ਘੱਟ ਹੈ ਉਹਨਾਂ ਦੀ ਮਰਜ਼ੀ ਹੈ, ਉਹ GST ਰਜਿਸਟਰ ਕਰਵਾਉਣ, GST ਰਜਿਸਟ੍ਰੇਸ਼ਨ ਨੰਬਰ ਲੈਣ ਜਾਂ ਨਾ ਲੈਣ। ਤੋ ਜਿਨ੍ਹਾਂ ਨੇ GST ਦਾ ਰਜਿਸਟ੍ਰੇਸ਼ਨ ਨੰਬਰ ਲਿਆ ਹੋਇਆ ਉਹਨੂੰ ਆਪਾਂ ਕਹਿ ਦਈਏ GST ਰਜਿਸਟਰਡ ਪਰਸਨ, ਜਿਨ੍ਹਾਂ ਨੇ ਨਹੀਂ ਲਿਆ ਹੈ ਉਹ ਹੋ ਗਏ ਅਨਰਜਿਸਟਰਡ ਪਰਸਨ। ਤੋ ਇਹਨੂੰ ਆਪਾਂ ਇਹ ਕਹਿ ਦਿੰਦੇ ਹਾਂ ਟੈਕਸੇਬਲ ਪਰਸਨ, ਕਿ ਇਹ ਬੰਦੇ 'ਤੇ ਗੌਰਮੈਂਟ ਨੇ ਟੈਕਸ ਲਾਇਆ ਹੋਇਆ ਵੀ ਤੁਸੀਂ ਸਮਾਨ ਸੇਲ ਕਰਨਾ ਜਾਂ ਸਰਵਿਸ ਦੇਣੀ ਹੈ ਤਾਂ ਆਪਣੇ ਕੰਜ਼ਿਊਮਰ ਤੋਂ, ਆਪਣੇ ਕਸਟਮਰ ਤੋਂ, ਆਪਣੇ ਗ੍ਰਾਹਕ ਤੋਂ ਟੈਕਸ ਲਓ, ਉਹ ਟੈਕਸ ਇਕੱਠਾ ਕਰਕੇ ਗੌਰਮੈਂਟ ਨੂੰ ਪੇ ਕਰੋ। ਇਹਦੇ 'ਤੇ ਕੋਈ ਪਾਬੰਦੀ ਨਹੀਂ ਹੈ, ਇਹ ਸਿੰਪਲੀ ਬਿਨਾਂ ਟੈਕਸ ਲਾਏ ਸਮਾਨ ਵੇਚੇ, ਆਪਣੇ ਪੈਸੇ ਲਵੇ, ਟੈਕਸ ਕਲੈਕਟ ਨਾ ਕਰੇ, ਨਾ ਇਹ ਟੈਕਸ ਕਲੈਕਟ ਕਰੂਗਾ ਨਾ ਇਹ ਅੱਗੇ ਜਮ੍ਹਾਂ ਕਰਾਊਗਾ। ਆਪਾਂ ਇਹ ਕਹਿ ਸਕਦੇ ਹਾਂ ਸਿੰਪਲ ਸ਼ਬਦਾਂ 'ਚ ਕਿ ਇਹ ਹੈਗੇ ਨੇ ਛੋਟੇ ਦੁਕਾਨਦਾਰ, ਛੋਟੇ ਬਿਜ਼ਨਸ, ਅਤੇ ਆਹ ਹੋ ਗਏ ਵੱਡੇ ਬਿਜ਼ਨਸ। ਅਤੇ ਛੋਟੇ ਵੱਡੇ ਦਾ ਪਤਾ ਕਿਵੇਂ ਲੱਗੂ? ਉਮਰ ਤੋਂ ਨਹੀਂ, ਟਰਨਓਵਰ ਤੋਂ। ਟਰਨਓਵਰ ਦਾ ਮਤਲਬ ਹੁੰਦਾ ਐਨੂਅਲ ਸੇਲ, ਐਨੂਅਲ ਸੇਲ, ਸਾਲਾਨਾ ਸੇਲ। ਜਿਨ੍ਹਾਂ ਦੀ ਸਾਲਾਨਾ ਸੇਲ 20 ਲੱਖ ਤੋਂ ਘੱਟ ਹੈ ਉਹ ਛੋਟੇ ਦੁਕਾਨਦਾਰ ਆ ਗਏ, ਯਾਨੀ ਇਫ ਲੈਸ ਦੈਨ 20 ਲੱਖ, ਲੈਸ ਦੈਨ ਔਰ ਇਕੁਅਲ ਟੂ 20 ਲੱਖ। ਅਤੇ ਜਿਨ੍ਹਾਂ ਦੀ 20 ਲੱਖ ਤੋਂ ਜ਼ਿਆਦਾ ਆ, ਗ੍ਰੇਟਰ ਦੈਨ 20 ਲੱਖ, ਉਹ ਆਪਾਂ ਮੰਨ ਲਈਏ ਵੱਡੇ ਦੁਕਾਨਦਾਰ ਨੇ। ਤਾਂ ਜਿਨ੍ਹਾਂ ਦੀ ਟਰਨਓਵਰ 20 ਲੱਖ ਤੋਂ ਜ਼ਿਆਦਾ ਆ ਉਹਨਾਂ ਵਾਸਤੇ ਜ਼ਰੂਰੀ ਹੈ ਕਿ ਉਹ GST ਨੰਬਰ ਲੈਣ, ਉਹ ਆਪਣੇ ਸਮਾਨ ਵੇਚਣ ਨਾਲ ਆਪਣੇ ਕਸਟਮਰ ਤੋਂ ਟੈਕਸ ਦੀ ਕਲੈਕਸ਼ਨ ਕਰਨ, ਜਿੰਨਾ ਟੈਕਸ ਕਲੈਕਟ ਹੁੰਦਾ ਉਹ ਗੌਰਮੈਂਟ ਨੂੰ ਪੇ ਕਰਨ। ਅਤੇ ਆਪਾਂ ਜਿਹੜੀ ਹੁਣ ਇੱਕ ਐਗਜ਼ਾਮਪਲ ਲੈ ਰਹੇ ਹਾਂ, ਸਾਡੀ ਐਗਜ਼ਾਮਪਲ ਕੀ ਹੈ? ਇੱਕ ਸ਼ਰਮਾ ਮੋਬਾਈਲਸ ਨਾਂ ਦੀ ਸ਼ਾਪ ਹੈ। ਸ਼ਰਮਾ ਮੋਬਾਈਲਸ ਇੱਕ ਸ਼ਾਪ ਨਵੀਂ ਸਟਾਰਟ ਹੋਈ ਹੈ, ਇਸ ਸ਼ਾਪ ਦਾ ਜਿਹੜਾ ਓਨਰ ਹੈ ਉਹ ਹੈਗਾ ਕੁਲਦੀਪ ਸ਼ਰਮਾ। ਕੁਲਦੀਪ ਸ਼ਰਮਾ ਨਾਮ ਹੈ ਉਸ ਵਿਅਕਤੀ ਦਾ। ਇਹ ਹੈ ਪ੍ਰੋਪਰਾਈਟਰ। ਪ੍ਰੋਪਰਾਈਟਰ ਦਾ ਮਤਲਬ ਓਨਰ, ਇਕੱਲਾ ਹੀ ਓਨਰ ਆ ਉਹ ਆਫ ਦੀ ਸ਼ਾਪ। ਇਹਨਾਂ ਨੇ ਕੰਮ ਇਸ ਤਰ੍ਹਾਂ ਕਰਨਾ ਚਾਹੁੰਦੇ ਨੇ ਵੀ ਅਸੀਂ GST ਨੰਬਰ ਲੈ ਲਈਏ, ਸਾਡੀ ਸੇਲ ਵੱਧ ਜਾਣੀ ਹੈ। ਤਾਂ ਇਹਨਾਂ ਨੇ ਕੀ ਕੀਤਾ? ਇਹਨਾਂ ਨੇ GST ਰਜਿਸਟ੍ਰੇਸ਼ਨ ਅਪਲਾਈ ਕਰਤੀ, GST ਰਜਿਸਟ੍ਰੇਸ਼ਨ ਅਪਲਾਈ ਕਰਕੇ ਫਿਰ ਇਹਨਾਂ ਨੇ ਕੀ ਕੀਤਾ? GST ਰਜਿਸਟ੍ਰੇਸ਼ਨ ਨੰਬਰ ਲੈ ਲਿਆ। GST ਦਾ ਰਜਿਸਟ੍ਰੇਸ਼ਨ ਨੰਬਰ ਇਹਨਾਂ ਨੇ ਲੈ ਲਿਆ। इनके पास है। तो ਇਹ ਕੀ ਨੇ? ਰਜਿਸਟਰਡ ਡੀਲਰ ਨੇ। ਹੁਣ ਅਸੀਂ ਇਸ ਕੰਪਨੀ ਵਿੱਚ ਅਕਾਊਂਟਸ ਦਾ ਕੰਮ ਕਰਦੇ ਹਾਂ। ਆਪਾਂ ਸ਼ਰਮਾ ਮੋਬਾਈਲਸ ਕੰਪਨੀ ਦੇ ਵਿੱਚ ਮੰਨ ਲਓ ਕਿ ਅਕਾਊਂਟੈਂਟ ਲੱਗ ਗਏ ਆ, ਸਾਨੂੰ ਉੱਥੇ ਜੋਬ ਮਿਲ ਗਈ ਹੈ। ਤਾਂ ਅਸੀਂ ਕੀ ਕਰਨਾ ਹੈ? ਪਹਿਲੀ ਐਂਟਰੀ ਹੈ ਕੁਲਦੀਪ ਸ਼ਰਮਾ। ਕੁਲਦੀਪ ਸ਼ਰਮਾ ਜਿਹੜਾ ਓਨਰ ਹੈ ਉਹਨੇ ਕੀ ਕੀਤਾ? ਰੁਪਈਏ 50,000 ਲਗਾ ਕੇ ਕੰਮ ਸ਼ੁਰੂ ਕੀਤਾ। 50,000 ਇਨਵੈਸਟਡ ਬਾਈ ਕੈਸ਼ ਆਪਣੇ ਫਰਮ ਦੇ ਵਿੱਚ ਪੈਸਾ ਆ ਗਿਆ ਕੁਲਦੀਪ ਸ਼ਰਮੇ ਤੋਂ। ਤਾਂ ਕੁਲਦੀਪ ਸ਼ਰਮਾ ਨੂੰ ਆਪਾਂ ਮੰਨਾਂਗੇ ਗਿਵਰ ਨੂੰ ਕ੍ਰੈਡਿਟ ਕਰੋ। ਕੈਸ਼ ਆਪਣੇ ਕੋਲ ਆ ਗਿਆ, ਇਹ ਆ ਗਿਆ ਵਟ ਕਮਜ਼ ਇਨ, ਜੋ ਸਮਾਨ ਆਇਆ, ਇਹਨੂੰ ਆਪਾਂ ਕਰਾਂਗੇ ਡੈਬਿਟ। ਇਹ ਡੈਬਿਟ ਹੋ ਜਾਊਗਾ, ਇਹ ਕ੍ਰੈਡਿਟ ਹੋ ਜਾਊਗਾ। ਇਹ ਇੱਕ ਐਂਟਰੀ। ਇੱਦਾਂ ਦੀਆਂ ਹੋਰ ਐਂਟਰੀਆਂ ਵੀ ਨੇ। ਹੁਣ ਆਪਾਂ ਇਹਨਾਂ ਦੀ ਐਂਟਰੀਆਂ ਵੀ ਕਰਨੀਆਂ ਨੇ, ਨਾਲੇ ਆਪਾਂ GST ਦਾ ਕੰਮ ਵੀ ਸਿੱਖਣਾ ਆ। ਅਸੀਂ ਅਗਲੇ ਪੇਜ 'ਤੇ ਚੱਲਦੇ ਹਾਂ। ਮੈਂ ਤੁਹਾਨੂੰ ਇਹ ਦੱਸ ਰਿਹਾ ਸੀ
GST ਰਜਿਸਟ੍ਰੇਸ਼ਨ ਜੇ ਕਰਵਾਈ ਹੋਈ ਹੈ ਤਾਂ ਇਹ ਜਦੋਂ ਸਮਾਨ ਵੇਚਣਗੇ ਤਾਂ ਆਪਣੇ ਕਸਟਮਰ ਤੋਂ GST ਕਲੈਕਟ ਕਰਨਗੇ। ਇਹਨਾਂ ਦਾ ਕੰਮ ਕੀ ਆ? ਇਹਨਾਂ ਦਾ ਫੋਨਸ ਦਾ ਕੰਮ ਹੈ। ਇਹ ਫੋਨ ਦੀ ਟ੍ਰੇਡਿੰਗ ਕਰਦੇ ਨੇ। ਫੋਨ ਟ੍ਰੇਡਿੰਗ ਮਤਲਬ ਫੋਨ ਖਰੀਦ ਲਏ ਅੱਗੋਂ ਵੇਚਦੇ। ਠੀਕ ਹੈ ਜੀ। ਫੋਨ ਦੇ ਉੱਤੇ ਆਪਾਂ ਇਹ ਮੰਨ ਲਈਏ ਕਿ 12% GST ਗੌਰਮੈਂਟ ਨੇ ਰੱਖ ਲਿਆ ਹੈ। ਕੀ ਆ GST ਦੇ ਰੇਟ? ਗੌਰਮੈਂਟ ਨੇ GST ਦੇ ਰੇਟ ਵਰਾਇਟੀਆਂ ਬਣਾ ਲਈਆਂ ਵੀ ਕਈ ਆਈਟਮਾਂ ਤਾਂ ਉਹ ਨੇ ਜਿਨ੍ਹਾਂ ਦੇ ਉੱਤੇ ਗੌਰਮੈਂਟ ਨੇ ਟੈਕਸ ਲਿਆ ਹੀ ਨਹੀਂ, ਉਹਨੂੰ ਆਪਾਂ ਕਹਿੰਦੇ ਹਾਂ ਐਗਜ਼ੈਂਪਟਡ। ਐਗਜ਼ੈਂਪਟਡ ਦਾ ਮਤਲਬ ਹੈ ਛੂਟ ਹੈ, ਇਹਨੂੰ ਆਪਾਂ ਕਹਿ ਦਈਏ ਛੂਟ ਹੈ, ਯਾਨੀ ਕਿ ਟੈਕਸ ਕੀ ਹੈ? ਟੈਕਸ ਬਰਾਬਰ ਹੈ 0। ਇਹ ਆਈਟਮਾਂ ਉਹ ਨੇ ਜਿਹੜੀਆਂ ਫੰਡਾਮੈਂਟਲ, ਜਿਨ੍ਹਾਂ ਦੇ ਬਗੈਰ ਇੱਕ ਕਿਸੇ ਆਮ ਬੰਦੇ ਦਾ ਸਰਦਾ ਨਹੀਂ ਹੈ। ਇਹਨਾਂ ਦੇ ਵਿੱਚ ਕੁਝ ਐਗਜ਼ਾਮਪਲਾਂ ਮੈਂ ਦੱਸਦਾ। ਫਲੋਰ, ਆਟਾ, ਇਹਦੇ ਬਗੈਰ ਕਿਸ ਤਰ੍ਹਾਂ ਨਹੀਂ ਸਰਦਾ ਹੈਗਾ। ਨਮਕ, ਆਇਲ ਦੇ ਬਗੈਰ ਨਹੀਂ ਸਰਦਾ, ਤਾਂ ਵੀ ਆਇਲ ਦੇ ਉੱਤੇ 5% ਟੈਕਸ ਮੈਨੂੰ ਪਤਾ ਹੈ ਐਟ ਪ੍ਰੈਜ਼ੈਂਟ ਗੌਰਮੈਂਟ ਨੇ ਨਾ, ਜਿਹੜੇ ਰਿਫਾਈਨਡ ਆਇਲ ਹੈ ਜਾਂ ਵੈਜੀਟੇਬਲ ਆਇਲ ਹੈ ਜਾਂ ਜਿੰਨੇ ਵੀ ਖਾਣ ਵਾਲੇ ਤੇਲ ਨੇ ਉਹਨਾਂ ਦੇ ਉੱਤੇ ਟੈਕਸ ਹੈ ਉਹ 5% ਹੈ। ਲੇਕਿਨ ਟੈਕਸ ਮਾਫ ਹੈ ਆਟੇ ਦੇ ਉੱਤੇ, ਨਮਕ ਦੇ ਉੱਤੇ। ਸ਼ੂਗਰ 'ਤੇ ਵੀ ਟੈਕਸ ਹੈਗਾ 5%, ਚੀਨੀ ਉੱਤੇ ਵੀ ਹੈਗਾ, ਚਾਹ ਪੱਤੀ ਉੱਤੇ ਵੀ 5% ਹੈ। ਖਾਣ ਵਾਲੀਆਂ ਬਾਹਲੀਆਂ ਆਈਟਮਾਂ 'ਤੇ ਟੈਕਸ 5% ਹੈ। ਲੇਕਿਨ ਕੁਝ ਆਈਟਮਾਂ ਸਰਕਾਰ ਚਾਹੁੰਦੀ ਹੈ ਕਿ ਇਹ ਸਸਤੀਆਂ ਰਹਿਣ, ਇਹ ਮਹਿੰਗੀਆਂ ਨਾ ਹੋਣ, ਇਹਨਾਂ ਦਾ ਰੇਟ ਨਾ ਵਧੇ, ਅਤੇ ਤਾਂ ਸਰਕਾਰ ਆਪਣੇ ਵੱਲੋਂ ਇਹ ਕਰ ਸਕਦੀ ਹੈ ਕਿ ਮੈਂ ਟੈਕਸ ਨਾ ਲਵਾਂ, ਬਾਕੀ ਤਾਂ ਜਿਹੜਾ ਰੇਟ ਹੈਗਾ ਹੀ ਹੈ। ਤਾਂ ਇਹਨਾਂ ਚੀਜ਼ਾਂ 'ਤੇ ਟੈਕਸ ਮਾਫ ਹੈ। ਹੋਰ ਵੀ ਇਹ ਸਾਰਾ ਕੀ ਹੈ? ਖੁੱਲ੍ਹਾ ਆਟਾ, ਖੁੱਲ੍ਹੀਆਂ ਦਾਲਾਂ, ਖੁੱਲ੍ਹਾ ਵੇਸਣ, ਇਸ ਤਰ੍ਹਾਂ ਦੀਆਂ ਜਿਹੜੀਆਂ ਆਈਟਮਾਂ ਨੇ ਇਹਨਾਂ ਦੇ ਉੱਤੇ ਟੈਕਸ ਮਾਫ ਹੈ। ਇਹਨੂੰ ਆਪਾਂ ਕਹਿੰਦੇ ਹਾਂ ਅਨਬ੍ਰੈਂਡਡ। ਅਨਬ੍ਰੈਂਡਡ ਮਤਲਬ ਜਿਵੇਂ ਆਮ ਕਿਸੇ ਕੰਪਨੀ ਦਾ ਸਮਾਨ ਨਾ ਹੋਵੇ, ਬ੍ਰੈਂਡ ਨਾ ਹੋਵੇ, ਤਾਂ ਉਹਦੇ 'ਤੇ ਇਹ ਟੈਕਸ ਮਾਫ ਹੈ। ਬ੍ਰੈਂਡਡ ਆਟੇ ਦੇ ਉੱਤੇ ਟੈਕਸ ਹੈਗਾ ਆ, ਗੌਰਮੈਂਟ ਨੇ ਲਾਇਆ ਹੈ। ਬ੍ਰੈਂਡਡ ਆਟਾ ਜਾਂ ਬ੍ਰੈਂਡਡ ਵੇਸਣ ਹੈ ਜਾਂ ਬ੍ਰੈਂਡਡ ਦਾਲਾਂ ਨੇ, ਇਹਨਾਂ ਦੇ ਉੱਤੇ ਟੈਕਸ ਲੱਗਿਆ ਹੋਇਆ 5%। 5% ਵੀ ਗੌਰਮੈਂਟ ਮੰਨਦੀ ਹੈ ਵੀ ਬਹੁਤ ਥੋੜ੍ਹਾ ਟੈਕਸ ਹੈ, ਸਸਤਾ ਹੀ ਰਹੂਗਾ। ਬਲਕਿ ਜਿਹੜੀਆਂ ਚੀਜ਼ਾਂ ਗੌਰਮੈਂਟ ਚਾਹੁੰਦੀ ਹੈ ਕਿ ਸਸਤੀਆਂ ਰਹਿਣ, ਗਰੀਬ ਜਾਂ ਆਮ ਲੋਕਾਂ ਦੇ ਕੰਮ ਦੀ ਚੀਜ਼ ਹੈ, ਤਾਂ ਉਹਨਾਂ ਨੇ ਟੈਕਸ ਦਾ ਰੇਟ ਜਾਂ 0 ਹੈ ਜਾਂ 5% ਹੈ। ਫਿਰ ਕਈ ਆਈਟਮਾਂ 12% 'ਚ ਵੀ ਆ ਜਾਂਦੀਆਂ ਨੇ ਅਤੇ ਕਈ ਆਈਟਮਾਂ 18% 'ਚ ਵੀ ਆ ਜਾਂਦੀਆਂ ਨੇ। ਜਿਵੇਂ ਫੋਨ ਦੀ ਗੱਲ ਕਰਾਂ, ਚਾਹੇ ਉਹ ਫੋਨ ਸਮਾਰਟਫੋਨ ਹੈ ਜਾਂ ਉਹ ਬਟਨ ਵਾਲਾ ਫੋਨ ਹੈ, ਉਹਦੇ ਉੱਤੇ ਜਿਹੜਾ ਟੈਕਸ ਹੈ ਉਹ 12% ਹੈ। ਕੰਪਿਊਟਰਾਂ ਦੇ ਉੱਤੇ ਟੈਕਸ ਵੀ 12% ਹੈ, ਕੰਪਿਊਟਰ ਐਂਡ ਅਸੈਸਰੀਜ਼ ਦੇ ਉੱਤੇ। ਲੈਪਟਾਪ 'ਤੇ ਵੀ 12% ਹੈ, ਐਂਡ ਸੋ ਔਨ ਐਟਸੈਟਰਾ। ਕਾਫੀ ਸਾਰੀਆਂ ਆਈਟਮਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ 'ਤੇ ਟੈਕਸ 12% ਹੈ, ਅਤੇ ਕਾਫੀ ਆਈਟਮਾਂ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਟੈਕਸ 18% ਵੀ ਹੈਗਾ ਆ। ਇਹਨਾਂ ਦੇ ਵਿੱਚ ਮੈਨੂੰ ਯਾਦ ਆਉਂਦਾ ਆ ਸਾਬਣ, ਕੋਈ ਕਰੀਮ ਵਗੈਰਾ, ਕੋਈ ਟੂਥਪੇਸਟ ਵਗੈਰਾ, ਇਹੋ ਜਿਹੀਆਂ ਚੀਜ਼ਾਂ ਬਹੁਤ ਨੇ। ਜਿਵੇਂ ਮੈਨੂੰ ਹੋਰ ਯਾਦ ਆਉਂਦੀਆਂ ਨੇ ਉਹ ਮੱਛਰ ਭਜਾਉਣ ਵਾਲੀ ਜਿਹੜੀਆਂ ਉਹ ਆਲ ਆਊਟ ਵਗੈਰਾ ਨੇ ਨਾ ਜਿਹੜੇ, ਉਹ ਵੀ 18% 'ਚ ਆ ਜਾਂਦੇ ਨੇ। ਬਹੁਤ ਆਈਟਮਾਂ 18% 'ਚ ਵੀ ਨੇ, ਅਤੇ ਥੋੜ੍ਹੀਆਂ ਜਿਹੀਆਂ ਆਈਟਮਾਂ ਇਸ ਤਰ੍ਹਾਂ ਵੀ ਗੌਰਮੈਂਟ ਨੇ ਲਾਈਆਂ ਜਿਹਦੇ 'ਤੇ ਟੈਕਸ ਸਭ ਤੋਂ ਵੱਧ ਹੈ 28%। ਇਹਨਾਂ ਦੇ ਵਿੱਚ ਵੀ ਕੁਝ ਆਈਟਮਾਂ ਹਨ, ਮੈਨੂੰ ਇਹ ਯਾਦ ਹੈ ਕਿ ਇੱਕ ਕੋਲਡ ਡਰਿੰਕਸ, ਇਹਦੇ 'ਤੇ 28% ਟੈਕਸ ਹੈ। ਹੋਰ ਆਈਟਮਾਂ 'ਤੇ ਵੀ ਹੋਊਗਾ, ਮੈਨੂੰ ਯਾਦ ਨਹੀਂ, ਸ਼ਾਇਦ ਮੈਂ ਕਨਫਰਮ ਨਹੀਂ ਕਰਦਾ। ਮੰਨ ਲਓ ਇਲੈਕਟ੍ਰੋਨਿਕਸ 'ਤੇ ਗੌਰਮੈਂਟ ਚਾਹੁੰਦੀ ਹੈ ਵੀ ਇਹ ਤਾਂ ਇਲੈਕਟ੍ਰੋਨਿਕਸ ਦੀਆਂ ਆਈਟਮਾਂ ਵੀ ਸਰ ਜੂਗਾ ਆਮ ਬੰਦੇ ਦਾ, ਤਾਂ ਉਹਨਾਂ ਦੇ ਉੱਤੇ ਟੈਕਸ ਦਾ ਰੇਟ ਵੱਧ ਜਾਵੇ। ਜਿਵੇਂ AC ਵਗੈਰਾ ਨੇ, ਉਹਨਾਂ ਦੇ ਉੱਤੇ ਟੈਕਸ ਸ਼ਾਇਦ 28% ਹੀ ਹੋਊਗਾ। ਜਿਹੜੀਆਂ ਗਰੀਬਾਂ ਨੂੰ ਲੋੜ ਨਾ ਪਵੇ, ਅਮੀਰਾਂ ਨੂੰ ਜ਼ਰੂਰਤ ਆ, ਉਹਨਾਂ 'ਤੇ ਟੈਕਸ ਦਾ ਰੇਟ ਜਿਹੜਾ ਆ ਉਹ ਵਧਾਇਆ ਹੋਇਆ। ਤੋ ਟੈਕਸ ਦੇ ਇੱਦਾਂ ਦੇ ਅਲੱਗ-ਅਲੱਗ ਰੇਟ ਨੇ। ਹਰ ਆਈਟਮ ਦੇ ਉੱਤੇ ਕੋਈ ਨਾ ਕੋਈ ਟੈਕਸ ਦਾ ਰੇਟ ਹੈ, ਜਾਂ 0 ਹੈ ਜਾਂ 5 ਹੈ ਜਾਂ 12 ਜਾਂ 18 ਜਾਂ 28। 0 ਹੈ ਮਤਲਬ ਉਹਨਾਂ ਆਈਟਮਾਂ ਦੇ ਉੱਤੇ ਟੈਕਸ ਦੀ ਛੂਟ ਹੈ। ਹੁਣ ਜੇ ਅਗਰ 5% ਹੈ ਤਾਂ ਇਹਦਾ ਕੀ ਹੈ? 2.5 ਸੈਂਟਰ ਨੂੰ ਅਤੇ ਸਟੇਟ ਨੂੰ ਜਾਣਾ ਹੈ। 2.5% ਅੱਧਾ, 2.5% ਸੈਂਟਰ ਦਾ, ਅੱਧਾ ਸਟੇਟ ਦਾ। ਇੱਥੇ 12 ਤਾਂ 6% ਹੋ ਜਾਣਾ ਹੈ, ਇੱਥੇ 18 ਹੈ ਤਾਂ 9% ਹੋ ਜਾਣਾ ਹੈ, ਇੱਥੇ 28 ਹੈ ਤਾਂ 14% ਹੋ ਜਾਣਾ ਹੈ। ਇਹ 14% ਅੱਧਾ ਕਿਹਨੂੰ ਜਾਊਗਾ? ਸੈਂਟਰ ਨੂੰ, ਅਤੇ ਅੱਧਾ ਜਾਊਗਾ ਸਟੇਟ ਨੂੰ।
ਇਹ ਗੱਲ ਕਲੀਅਰ ਹੋਈ ਨਾ। ਜਿਹੜਾ ਸੈਂਟਰ ਦਾ ਟੈਕਸ ਹੈ ਇਹਨੂੰ ਆਪਾਂ ਕਹਿ ਦਿੰਦੇ ਹਾਂ CGST। CGST ਸਟੈਂਡਸ ਫਾਰ ਸੈਂਟਰਲ GST। ਤੇ ਜਿਹੜਾ SGST ਹੈ ਇਹਨੂੰ ਆਪਾਂ ਸਟੇਟ GST ਕਹਿ ਦਈਏ। ਸਟੇਟ ਦਾ GST ਨੂੰ SGST ਕਹਿ ਦਿੰਦੇ ਆ। ਕਈ ਇੱਦਾਂ ਦੀਆਂ ਵੀ ਇੰਡੀਆ ਦੇ ਵਿੱਚ ਥਾਵਾਂ ਨੇ ਜਿਹਨੂੰ ਆਪਾਂ ਸਟੇਟ ਨਹੀਂ ਕਹਿੰਦੇ, ਜਿਵੇਂ ਚੰਡੀਗੜ੍ਹ। ਉਹ ਕੀ ਹੈ? ਸਟੇਟ ਨਹੀਂ ਹੈ। ਚੰਡੀਗੜ੍ਹ ਅਲੱਗ ਇੱਕ ਟੈਰੀਟਰੀ ਹੈ ਪੰਜਾਬ ਨਾਲੋਂ। ਪੰਜਾਬ ਨੂੰ ਆਪਾਂ ਕਹਿੰਦੇ ਹਾਂ ਸਟੇਟ, ਤੇ ਚੰਡੀਗੜ੍ਹ ਨੂੰ ਕੀ ਕਹਿੰਦੇ ਆ? ਯੂਨੀਅਨ ਟੈਰੀਟਰੀ। ਸਟੇਟ ਜਾਂ ਫਿਰ ਯੂਨੀਅਨ ਟੈਰੀਟਰੀ। ਮੈਂ UT ਕਹਿ ਦਵਾਂ, UT ਸਟੈਂਡਸ ਫਾਰ ਯੂਨੀਅਨ ਟੈਰੀਟਰੀ। ਜਿਹੜੀ ਸਟੇਟ ਨਹੀਂ ਹੈ, ਗੌਰਮੈਂਟ ਨੇ ਸੈਂਟਰ ਗੌਰਮੈਂਟ ਦੇ ਅੰਡਰ ਚੱਲ ਰਹੀ ਹੈ, ਅਲੱਗ ਇੱਕ ਉਹਦਾ ਇੱਕ ਅਲੱਗ ਆਪਣਾ ਇੱਕ ਅਸਤਿਤਵ ਹੈ, ਉਹਦਾ ਆਪਣਾ ਇੱਕ ਅਲੱਗ ਉਹਦੀ ਹੋਂਦ ਹੈ। ਉਹ ਕੀ ਹੈ? ਸਟੇਟ ਨਹੀਂ ਹੈ, UT ਹੈ। ਤੋ ਇੰਡੀਆ ਦੇ ਵਿੱਚ ਬਹੁਤ ਸਾਰੀਆਂ UTs ਵੀ ਨੇ। ਤੋ ਜੇ UT ਹੈ ਤਾਂ ਉਹਨੂੰ ਆਪਾਂ ਕਹਾਂਗੇ UT GST। ਜਾਨੀ ਚੰਡੀਗੜ੍ਹ ਵਾਲੇ ਲੋਕ ਕੀ ਕਹਿਣਗੇ? UT GST ਔਰ ਸੈਂਟਰ ਦਾ GST। ਪੰਜਾਬ ਵਾਲੇ ਕੀ ਕਹਿੰਦੇ ਨੇ? ਸੈਂਟਰ ਦਾ GST ਐਂਡ ਸਟੇਟ ਦਾ GST। ਇਜ਼ ਇਟ ਕਲੀਅਰ? ਤੋ UT GST ਜਾਂ SGST ਇੱਕੋ ਹੀ ਗੱਲ ਹੈ। ਇਹ ਜਿਹੜਾ ਟੈਕਸ ਹੈ ਕਿਹਨੂੰ ਮਿਲਣਾ ਆ? ਲੋਕਲ ਮਤਲਬ ਮੈਂ ਪੰਜਾਬ ਦੀ ਸਰਕਾਰ ਨੂੰ ਲੋਕਲ ਕਹਿ ਦੂੰਗਾ, ਜਿਹੜੀ ਪੰਜਾਬ ਤੋਂ ਦੂਜੀ ਸਰਕਾਰ ਸੈਂਟਰ ਨੂੰ ਮੈਂ ਸੈਂਟਰ ਕਹਿ ਦੂੰਗਾ। ਇੱਦਾਂ ਆਪਾਂ ਕਹਿ ਲਈਏ ਨਾ, ਜਦੋਂ ਆਪਾਂ ਪੰਜਾਬ ਦੇ ਵਿੱਚ ਬੈਠੇ ਹਾਂ, ਪੰਜਾਬ ਦੀ ਗੱਲ ਕਰਦੇ ਹਾਂ, ਤਾਂ ਆਪਾਂ ਪੰਜਾਬ ਸਾਰਿਆਂ ਨੂੰ ਕਹਿ ਲਈਏ ਲੋਕਲ। ਪੰਜਾਬ ਤੋਂ ਬਾਹਰ ਸੈਂਟਰ ਹੋ ਗਿਆ। ਤੋ ਲੋਕਲ, ਚਲੋ ਲੋਕਲ ਨਾ ਵੀ ਕਹੋ, ਸਿੰਪਲੀ ਕਹੋ ਤਾਂ ਬਸ ਸਟੇਟ ਜਾਂ UT। ਇਹਦਾ ਟੈਕਸ ਹੈ ਉਹ ਹੋ ਗਿਆ SGST ਜਾਂ UT GST। ਅੱਗੇ ਇੰਪੋਰਟੈਂਟ ਗੱਲ ਹੈਗੀ ਹੈ ਮੰਨ ਲਓ ਪੰਜਾਬ ਦੇ ਵਿੱਚ ਕਿਸੇ A ਵਿਅਕਤੀ ਨੇ ਕਿਸੇ B ਵਿਅਕਤੀ ਨੂੰ ਸੇਲ ਕੀਤੀ। ਮੰਨ ਲਓ ਇੱਕ ਪੰਜਾਬ ਸਟੇਟ ਹੈ, ਉਹਦੇ ਵਿੱਚ A ਪਰਸਨ ਦੇ ਦੁਆਰਾ B ਪਰਸਨ ਨੂੰ ਸੇਲ ਗਈ। ਜਦੋਂ A ਨੇ B ਨੂੰ ਸੇਲ ਕੀਤੀ ਤਾਂ ਇੱਥੇ ਕਾਨੂੰਨ ਕੀ ਕਹਿੰਦਾ? ਜੇ A ਰਜਿਸਟਰਡ ਪਰਸਨ ਹੈ ਤਾਂ, ਔਰ A ਰਜਿਸਟਰਡ ਪਰਸਨ ਮੰਨ ਲਓ ਹੈਗਾ, ਯਾਨੀ ਇਨ ਪੰਜਾਬ, ਮੈਂ ਪੰਜਾਬ ਇੱਕ ਐਗਜ਼ਾਮਪਲ ਲਈ, ਕੋਈ ਵੀ ਸਟੇਟ ਹੋ ਸਕਦੀ ਹੈ। A is a registered person। ਉਹਨੇ ਕੀ ਕੀਤਾ? A ने B को गुड्स या फिर सर्विसेज की सेल की। तो क्या होगा? ਜਿਹੜੀਆਂ ਉਹ ਗੁड्स ਨੇ ਉੱਤੇ ਟੈਕਸ ਦਾ ਰੇਟ ਦੇਖੂਗਾ ਕੀ ਹੈ। ਟੈਕਸ ਉੱਤੇ 12% ਹੈ ਜਾਂ 18 ਹੈ ਜਾਂ 28 ਹੈ ਜਾਂ 5 ਹੈ ਜਾਂ 0 ਹੈ, ਜੋ ਵੀ ਟੈक्स का रेट है। ਤਾਂ ਇਹ ਕੀ ਹੈ? तो एक की जिम्मेवारी है, एक की रिस्पॉन्सिबिलिटी है कि A B से GST के रेट अनुसार B से GST कलेक्ट करेगा, और वो टैक्स फिर वो टैक्स A गवर्नमेंट को जमा करवा देगा। यही गल मैं हुण तक दसी है भी मैं तो इत्थे ये भी एग्जाम्पल जिवें मान लो मेरी दुकान है, मैं किस नूं समान बेचिया तो मेरी ये जिम्मेवारी है कि मैं जिन्हों भी समान बेचा उस तो टैक्स कलैक्ट करा, वो टैक्स लैके वो आप ना रखा, वो टैक्स लै लिया इकट्ठा हो गया, महीने के एंड के उत्ते हर महीने टैक्स जमा किया जाता है। महीने के एंड ते जिन्ना टैक्स मेरे को इकट्ठा हो गया वो मैं खुद बैंक च गवर्नमेंट के खाते जमा करवा देना है, नाले गवर्नमेंट नूं हिसाब भी देना है भी आ मेरा इन्ना टैक्स आया सी, जिन्ना आया सी उन्ना ही मैं तुहानूं आ फड़ो जी पे करता। इत्थे तक गल क्लीयर है ना? अच्छा, हुण एक सवाल यह है, मान लो कि
एक समान सपोज करो फ़ोन ही ले लो, फ़ोन एक कंपनी है, मान लो सैमसंग ले लो। कंपनी ने फ़ोन जे अगर वेचिया किसी डीलर ਨੂੰ ਕਿਸੇ ਡਿਸਟ੍ਰੀਬਿਊਟਰ ਨੂੰ, ਇੱਦਾਂ ਸਿਸਟਮ ਹੈ ਨਾ। ਕੰਪਨੀ ਨੇ ਮੰਨ ਲਓ ਫੈਕਟਰੀ ਹੈ ਸੈਮਸੰਗ ਦੀ, ਫੈਕਟਰੀ ਤੋਂ ਸਮਾਨ ਜਾਣਾ ਹੈ ਡਿਸਟ੍ਰੀਬਿਊਟਰ ਨੂੰ। ਡਿਸਟ੍ਰੀਬਿਊਟਰ ਦਾ ਮਤਲਬ ਹੈ ਉਹ ਵੱਡੀਆਂ ਦੁਕਾਨਾਂ ਜਿਨ੍ਹਾਂ 'ਤੇ ਬਸ ਉਹ ਵੀ ਇਕੱਲੇ ਫ਼ੋਨ ਸੈਮਸੰਗ ਦੇ ਹੀ ਆਉਣਗੇ। ਫਿਰ ਡਿਸਟ੍ਰੀਬਿਊਟਰ ਨੇ ਅੱਗੋਂ ਮਤਲਬ ਸਭ ਤੋਂ ਵੱਡੀ ਦੁਕਾਨ ਹੈ ਜਿੱਥੇ ਜਿਹੜਾ ਸਮਾਨ ਨੂੰ ਡਿਸਟ੍ਰੀਬਿਊਟ ਕਰਦਾ ਹੈ। ਤਾਂ ਫੈਕਟਰੀ ਨੇ ਸਮਾਨ ਡਿਸਟ੍ਰੀਬਿਊਟਰ ਨੂੰ ਵੇਚਿਆ, ਡਿਸਟ੍ਰੀਬਿਊਟਰ ਤੋਂ ਅੱਗੇ ਇਹ ਸਮਾਨ ਗਿਆ ਵੱਡੀਆਂ ਦੁਕਾਨਾਂ ਨੂੰ, ਆਪਾਂ ਕਹਿੰਦੇ ਹਾਂ ਹੋਲਸੇਲਰ। ਹੋਲਸੇਲਰ ਵੀ ਕਹਿ ਦਿੰਦੇ ਨੇ, ਜਾਂ ਚਾਹੇ ਸਟਾਕਿਸਟ ਵੀ ਕਹਿ ਲਓ, ਵੀ ਇਹ ਜ਼ਿਆਦਾ ਵੱਡੀਆਂ ਦੁਕਾਨਾਂ ਨੇ ਸਟਾਕਿਸਟ। ਸਟਾਕਿਸਟ ਤੋਂ ਇਹ ਚਲੇ ਗਿਆ ਛੋਟੀਆਂ ਦੁਕਾਨਾਂ ਕੋਲੇ, ਰਿਟੇਲਰਸ ਕੋਲੇ, ਜਿਨ੍ਹਾਂ ਤੋਂ ਆਪਾਂ ਖਰੀਦਨੇ ਆ। ਰਿਟੇਲਰਸ ਤੋਂ ਫਿਰ ਇਹ ਜਾਂਦਾ ਹੈ ਕੰਜ਼ਿਊਮਰ ਦੇ ਕੋਲੇ। ਇਹ ਗੱਲ ਸਮਝਦੇ ਆ ਨਾ ਆਪਾਂ, ਹੁੰਦਾ ਨਾ ਇੱਦਾਂ ਹੀ। ਐਂ ਤਾਂ ਹੈ ਨਹੀਂ ਕਿ ਫੈਕਟਰੀ 'ਚੋਂ ਸਮਾਨ ਆਪਾਂ ਲੈਂਦਾ, ਫੈਕਟਰੀ 'ਚੋਂ ਸਮਾਨ ਤਾਂ ਕੋਈ ਲੈ ਕੇ ਆਊਗਾ ਜਿਹੜਾ ਫੈਕਟਰੀ ਦੇ ਨੇੜੇ ਰਹਿੰਦਾ ਆ ਜਾਂ ਜਿਹਨੂੰ ਫੈਕਟਰੀ ਜਾਣਦੀ ਹੈ। ਹੁਣ ਜੇ ਸੈਮਸੰਗ ਦਾ ਫ਼ੋਨ ਮੈਂ ਲੈ ਕੇ ਆਉਂਦਾ ਜਾਂ ਕੋਈ ਵੀ ਚੀਜ਼ ਮੈਂ ਲੈ ਕੇ ਆਉਂਦੀ, ਤਾਂ ਮੈਂ ਫੈਕਟਰੀ ਤਾਂ ਬਹੁਤ ਦੂਰ, ਉੱਥੋਂ ਤਾਂ ਮੈਂ ਸਮਾਨ ਹੀ ਲੈਣ ਜਾਊਂਗਾ। ਮੈਂ ਲਊਂਗਾ ਆਪਣੀ ਨੇੜੇ ਦੁਕਾਨ ਤੋਂ। ਨੇੜੇ ਦੁਕਾਨ ਕਿੱਥੋਂ ਲਊਗੀ? ਆਪਣੇ ਤੋਂ ਉੱਪਰੋਂ ਕਿਸੇ ਹੋਰ ਡੀਲਰ ਤੋਂ, ਉਹ ਅੱਗੋਂ ਕਿਸੇ ਹੋਰ ਤੋਂ, ਉਹ ਅੱਗੋਂ ਫੈਕਟਰੀ ਤੋਂ। ਸੇਲ ਇੱਥੇ ਵੀ ਹੋਈ, ਸੇਲ ਇੱਥੇ ਵੀ ਹੋਈ, ਸੇਲ ਇੱਥੇ ਵੀ ਹੋਈ, ਸੇਲ ਇੱਥੇ ਵੀ ਹੋਈ। ਤੋ ਜਿੰਨੀ ਵਾਰੀ ਇਹ ਇੱਕੋ ਹੀ ਸਮਾਨ ਬਾਰ-ਬਾਰ ਵਿਕੀ ਜਾਂਦਾ, ਕੀ ਇਹਦੇ 'ਤੇ ਟੈਕਸ ਬਾਰ-ਬਾਰ ਲੱਗੂਗਾ? ਸੇਲ ਹੋਈ, ਇਹਨੇ ਤੋਂ ਟੈਕਸ ਲੈ ਲਿਆ, ਗਵਰਨਮੈਂਟ ਨੂੰ ਪੇ ਕਰਤਾ। ਦੁਬਾਰਾ ਫਿਰ ਸੇਲ ਹੋਈ, ਫਿਰ ਟੈਕਸ ਲੱਗਿਆ, ਆਈਟਮ ਉਹੀ ਹੈ, ਉਹਦੇ ਤੇ ਬਾਰ-ਬਾਰ ਸੇਲ ਹੋਈ, ਤੇ ਕੀ ਬਾਰ-ਬਾਰ ਟੈਕਸ ਲੱਗੂਗਾ? ਸਵਾਲ ਦਾ ਜਵਾਬ ਦੱਸੋ ਕੀ ਹੋਣਾ ਚਾਹੀਦਾ? GST ਜਾਂ whether GST is applicable on each sale ਔਰ ਇੱਕੋ ਸੇਲ ਤੇ ਲੱਗੂਗਾ ਟੈਕਸ? ਤੁਹਾਡਾ ਕੀ ਖਿਆਲ ਆ? ਇੱਕੋ ਹੀ ਗੱਲ ਲੱਗੂਗੀ। ਜੇ ਬਾਰ-ਬਾਰ ਸਮਾਨ ਤੇ ਟੈਕਸ ਲੱਗੇ ਫਿਰ ਤਾਂ ਸਮਾਨ ਮਹਿੰਗਾ ਹੀ ਹੋਈ ਚੱਲੂਗਾ। 100 ਦਾ ਸਮਾਨ ਆ ਉਹ 500 'ਚ ਪਹੁੰਚ ਜਾਊਗਾ। ਇੱਕੋ ਵਾਰ ਲੱਗਣਾ ਚਾਹੀਦਾ ਹੈ। ਹੁਣ ਉਹ ਦੇਖੋ, ਆਪਾਂ ਇੱਕ ਐਗਜ਼ਾਮਪਲ ਦੇ ਨਾਲ GST ਸਮਝਦੇ ਹਾਂ। ਸਪੋਜ਼ ਕਰੋ ਕਿ ਮੈਂ ਆਪਣੀ ਗੱਲ ਕਰ ਲੈਂਦਾ ਵੀ ਸਾਡੀ ਇੱਕ ਸ਼ਾਪ ਹੈ ਸ਼ਰਮਾ ਮੋਬਾਈਲਸ। ਆਪਾਂ ਨੇ ਇੱਕ 8000 ਰੁਪਏ ਦਾ ਫ਼ੋਨ ਖਰੀਦਿਆ। 8000 ਰੁਪਏ ਕਾਸਟ 'ਤੇ ਸਾਡੀ ਪਰਚੇਜ਼ ਹੋਈ ਹੈ। ਆਪਾਂ ਨੇ ਕੀ ਕੀਤਾ? 10 ਫ਼ੋਨ ਲਿਆਂਦੇ ਦੁਕਾਨ 'ਤੇ ਵੇਚਣ ਵਾਸਤੇ। 10 ਫ਼ੋਨ 8000 ਰੁਪਏ ਦਾ ਕਾਸਟ ਹੈ, ਲਿਆਂਦੇ। ਇਹਦੇ ਉੱਪਰ 6% ਪਲੱਸ 6% ਟੈਕਸ ਪੈ ਗਿਆ, CGST ਔਰ SGST। ਤੋ ਪਹਿਲੀ ਗੱਲ ਇਹ ਕਰੀਏ ਵੀ ਜੇ 8000 ਦਾ ਇੱਕ ਫ਼ੋਨ ਆ, ਆਪਾਂ 10 ਫ਼ੋਨ ਲੈ ਕੇ ਆਉਂਦੇ, ਤਾਂ ਫ਼ੋਨਾਂ ਦੀ ਕੀਮਤ ਕਿੰਨੀ ਬਣੇਗੀ? ਬਿੱਲ ਕਿੱਦਾਂ ਦਾ ਬਣੂਗਾ? ਮੈਂ ਬਿੱਲ ਬਣਾ ਕੇ ਦਿਖਾਉਣਾ। ਆਊਗਾ ਜੀ ਫ਼ੋਨ, ਉਹਦਾ ਮਾਡਲ ਲਿਖਦਾ ਹੋਊਗਾ ਜੋ ਵੀ ਹੈਗਾ, ਮੰਨ ਲਓ ਐਂ ਲਿਖ ਦਿੰਦੇ ਆ ਫ਼ੋਨ ਸੈਮਸੰਗ X20। ਇਹਦੇ 10 ਪੀਸ ਨੇ, ਰੇਟ ਹੋ ਗਿਆ 8000 ਰੁਪਏ। ਆ ਕੁਆਂਟੀਟੀ ਆ ਗਈ, ਰੇਟ ਹੋ ਗਿਆ 8000 ਰੁਪਏ। ਅਤੇ ਜਿਹੜੀ ਫਿਰ ਅਮਾਊਂਟ ਬਣੀ ਉਹਨੂੰ ਆਪਾਂ ਕਹਿੰਦੇ ਆ ਟੈਕਸੇਬਲ ਅਮਾਊਂਟ। ਟੈਕਸੇਬਲ ਅਮਾਊਂਟ ਕਿੰਨੀ ਬਣੀ? 8000 ਗੁਣਾ 10 ਕਿੰਨਾ ਹੁੰਦਾ ਫਿਰ? 8000 ਗੁਣਾ 10 ਕਿੰਨਾ ਆਊਗਾ? 80,000 ਇਹ ਬਣਿਆ। ਅਤੇ ਇਹਦੇ ਉੱਤੇ ਜਿਹੜਾ CGST ਹੈ ਉਹ ਹੈਗਾ 6%, SGST ਹੈਗਾ 6%। ਤੋ ਇਹ ਫਿਰ ਕਿੰਨਾ ਬਣ ਜਾਊਗਾ ਟੈਕਸ ਪਾ ਕੇ? ਟੈਕਸ ਕਿੰਨਾ ਬਣੂਗਾ? ਪਹਿਲਾਂ ਟੈਕਸ ਕੱਢੀਏ। 80000 ਗੁਣਾ 6/100। ਇਹਦਾ ਫਾਰਮੂਲਾ ਆਪਾਂ ਇੱਥੇ ਲਿਖ ਵੀ ਲੈਂਦੇ ਹਾਂ, 80000 ਗੁਣਾ 6/100। ਇਹ 2 ਨਾਲ 2 ਕੱਟੇ ਗਈਆਂ, 2 ਜ਼ੀਰੋਆਂ ਨਾਲ 48, ਪਿੱਛੇ ਜੋੜੀਏ 2 ਜ਼ੀਰੋਆਂ, 4800। ਤਾਂ ਇਹਦੇ 'ਤੇ ਜਿਹੜਾ ਸੈਂਟਰ ਦਾ ਟੈਕਸ ਆ ਉਹ ਪੈ ਜਾਊਗਾ 4800 ਰੁਪਏ, ਔਰ ਸਟੇਟ ਦਾ ਵੀ ਟੈਕਸ ਪੈ ਜਾਊਗਾ 4800 ਰੁਪਏ। ਟੈਕਸ ਪਾ ਕੇ ਟੋਟਲ ਕਿੰਨੇ ਰੁਪਏ ਬਣੇ ਜਿਹੜੇ ਆਪਾਂ ਸਰਕਾਰ ਨੂੰ, ਜਿਹੜੇ ਆਪਾਂ ਇਹਨੂੰ ਪੇ ਕਰਨੇ ਆ ਜਿਹ ਤੋਂ ਲੈ ਕੇ ਆਉਂਦਾ? ਇੱਥੇ ਆਪਾਂ ਇਹ ਕਰ ਦਿੰਦੇ ਹਾਂ, ਮੰਨ ਲਓ ਕਿ ਆਪਾਂ ਨੇ ਪਰਚੇਜ਼ ਕੀਤੀ ਹੈ ਫਰੋਮ, ਉਸ ਦੁਕਾਨ ਦਾ ਨਾਮ ਆਪਣੇ ਕੋਲ ਇੱਥੇ ਐਂਟਰੈਂਸ ਹੈਗੀ ਐਗਜ਼ਾਮਪਲ, ਕੀ ਤੋਂ ਆਪਾਂ ਸਮਾਨ ਲੈ ਕੇ ਆਉਂਦਾ? ਸ਼ਰਮਾ ਹੋਊਗੀ। ਨਹੀਂ, ਸ਼ਰਮਾ ਤਾਂ ਸਾਡੀ ਆਪਣੀ ਦੁਕਾਨ ਹੈ ਨਾ। ਜਿੱਥੋਂ ਲੈ ਕੇ ਆਉਂਦਾ ਉਹ RL ਟ੍ਰੇਡਰਸ ਹੈ। ਆਪਾਂ ਨੇ RL ਟ੍ਰੇਡਰਸ ਤੋਂ ਸਮਾਨ ਲੈ ਕੇ ਆਉਂਦਾ। RL ਟ੍ਰੇਡਰਸ ਸਪਲਾਇਰ ਹੈ ਜਿਹ ਤੋਂ ਸਮਾਨ ਲੈ ਕੇ ਆਉਂਦਾ। ਤੋ RL ਟ੍ਰੇਡਰਸ ਨੂੰ
ਆਪਾਂ ਨੂੰ ਆਰ ਟਰੇਡਰ ਤੋਂ ਬਿੱਲ ਆ ਗਿਆ, ਆਰ ਟਰੇਡਰ ਨੇ ਬਿੱਲ ਬਣਾਇਆ, ਉਹਦੀ ਅਮਾਊਂਟ ਕਿੰਨੀ ਬਣੀ, ਫਿਰ ਇਹਦਾ ਜੋੜ ਕਰ ਲਈਏ, 9600 ਮੂਹਰੇ 8 ਲਾ ਦਈਏ, 99600 ਬਣ ਗਏ। ਇਹਦਾ ਜੋੜ ਕੀਤਾ ਨਾ, ਇਹ ਬਣ ਗਿਆ 89,600। ਆਪਾਂ ਨੇ ਆਹ ਸਮਾਨ ਕੀ ਕੀਤਾ, ਪਰਚੇਜ਼ ਕੀਤਾ। ਹੁਣ ਜਦੋਂ ਅਸੀਂ ਟਰੇਡਰ ਤੋਂ ਸਮਾਨ ਖਰੀਦਿਆ 99,600 ਦਾ, ਇਹੀ ਸਮਾਨ ਆਪਾਂ ਕਿਹੜਾ ਘਰ ਰੱਖਣਾ, ਆਪਾਂ ਅੱਗੋਂ ਵੇਚਣਾ ਆ। ਇਹ ਸਾਡੀ ਪਰਚੇਜ਼ ਸੀਗੀ, ਇਹ ਕੀ ਸੀ, ਸਾਡੀ ਪਰਚੇਜ਼ ਸੀ। ਹੁਣ ਆਪਾਂ ਨੇ ਮੰਨ ਲਓ 10 ਫੋਨ ਅੱਗੋਂ ਵੇਚਣੇ ਆ ਨਾ, ਵੇਚਣ ਲੱਗੇ ਆਪਾਂ ਨੈਚੁਰਲੀ ਕਮਾਈ ਕਰਕੇ ਵੇਚਣੇ ਨਾ। 8,000 ਦਾ ਖਰੀਦਿਆ ਤਾਂ ਵੇਚਾਂਗੇ ਆਪਾਂ ਮਹਿੰਗਾ ਹੀ। ਮੰਨ ਲਓ ਕਿ ਆਪਾਂ ਇਹਦੀ ਕੀਮਤ ਰੱਖ ਲਈ 9,000 ਰੁਪਏ, ਇਹਨੂੰ ਆਪਾਂ ਸੋਚਿਆ ਵੀ 1,000 ਰੁਪਏ ਆਪਾਂ ਹਰ ਫੋਨ 'ਚੋਂ ਕਮਾਉਣੇ ਆ। ਮੰਨ ਲਓ ਮੈਂ ਇਹਦੀ ਸੈਲਿੰਗ ਪ੍ਰਾਈਸ ਰੱਖ ਲਈ ਹੈਗੀ ਆ 9,000 ਰੁਪਏ। ਹੁਣ ਜੇ ਗ੍ਰਾਹਕ ਮੈਨੂੰ ਆਵੇ ਕਹਿਣ ਕਿ ਮੈਂ ਫੋਨ ਲੈਣਾ ਜੀ, ਕਿੰਨੇ ਦਾ ਮਿਲੂਗਾ, ਤਾਂ ਤੁਸੀਂ ਇਹ ਫੋਨ ਕਿੰਨੇ ਦਾ ਵੇਚੋਗੇ, 9,000 ਦਾ ਵੇਚ ਦੋਗੇ? ਬੋਲੋ ਹਾਂ। ਜੇ ਕਸਟਮਰ ਤੁਹਾਨੂੰ ਆਵੇ, ਤੁਸੀਂ ਚਾਹੁੰਦੇ ਹੋ ਕਿ ਮੈਨੂੰ 1,000 ਰੁਪਏ 'ਚੋਂ ਪ੍ਰੋਫਿਟ ਆ ਜਾਵੇ, ਤੇ ਤੁਸੀਂ ਇਹਨੂੰ ਕਿੰਨੇ ਦਾ ਵੇਚੋਗੇ? ਨੈਚੁਰਲੀ ਟੈਕਸ ਵੀ ਲਾਉਣਾ ਪੈਣਾ ਹੈ ਤੁਹਾਨੂੰ, ਕਿਉਂਕਿ ਤੁਸੀਂ ਵੀ ਤਾਂ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ। ਤੁਸੀਂ 9,000 ਦਾ ਵੇਚਣਾ ਹੈ ਤਾਂ 9,000 ਦੇ ਉੱਤੇ ਟੈਕਸ ਵੀ ਜੋੜੋ, ਪਹਿਲਾਂ ਕਿੰਨਾ ਬਣੂਗਾ, 9,000 ਗੁਣਾ 6/100, 540 ਰੁਪਏ ਸੈਂਟਰ ਦਾ, 540 ਸਟੇਟ ਦਾ, ਇਹਦਾ ਜੋੜ ਕਰ ਲਿਆ, ਆ ਗਿਆ 1080 ਰੁਪਏ। 1080 ਜੋੜ ਕੇ ਇਹ 'ਚ 1080 ਜੋੜ ਲਓ, ਇਹ 'ਚ ਇਹ ਬਣ ਗਿਆ 10,080 ਰੁਪਏ। ਹੁਣ ਜਦੋਂ ਤੁਹਾਨੂੰ ਕਸਟਮਰ ਪੁੱਛੂਗਾ, ਕੋਈ ਵੀ ਤੁਹਾਡੇ ਤੋਂ ਗਾਹਕ ਆਇਆ, ਉਹਨੇ ਪੁੱਛਿਆ ਕਿ ਫੋਨ ਕਿੰਨੇ ਦਾ, ਤਾਂ ਤੁਸੀਂ ਉਹਨੂੰ ਜੇ 9,000 ਦਾ ਕਹਿਤਾ ਤਾਂ ਉਹਨੇ ਕਹਿਣਾ ਫੜਾਓ ਜੀ 9,000 ਰੁਪਏ ਦਿਓ ਜੀ, ਕਿਉਂਕਿ ਉਹਨੇ ਟੈਕਸ ਦੇਣੇ। ਜੇ ਆਪਾਂ ਨੂੰ ਐਂ ਕਹਿੰਦਾ ਕਿ 9,000 ਪਲੱਸ ਟੈਕਸ, ਤਾਂ ਉਹ ਤੋਂ ਇਹ ਗੱਲ ਹਜਮ ਨਹੀਂ ਹੋਣੀ ਹੈਗੀ ਵੀ ਟੈਕਸ ਵੀ ਲੱਗਿਆ। ਤਾਂ ਦੁਕਾਨਦਾਰ ਦੀ ਇੱਕ ਟ੍ਰਿਕ ਹੈ, ਦੁਕਾਨਦਾਰ ਆਪਣੇ ਕਸਟਮਰ ਨੂੰ ਵੇਚਣ ਲੱਗਿਆ ਇਹ ਕਹੂਗਾ ਕਿ ਇਹ ਫੋਨ ਜੀ 10,080 ਰੁਪਏ ਦਾ ਆ। ਦੁਕਾਨਦਾਰ ਨੂੰ ਪਤਾ ਆ ਵੀ ਇਹ ਟੈਕਸ ਮੈਂ ਸਰਕਾਰ ਨੂੰ ਦੇਣਾ ਆ। ਕਸਟਮਰ ਨੂੰ, ਜਿਹੜਾ ਕੰਜ਼ਿਊਮਰ ਹੈ, ਸਰਕਾਰ ਇੱਕ ਤਰ੍ਹਾਂ ਨਾਲ ਤੁਸੀਂ ਇਹ ਸੋਚੋ ਵੀ ਜਿਹੜਾ GST ਹੈ ਉਹ ਕੰਜ਼ਿਊਮਰ 'ਤੇ ਲੱਗਦਾ ਆ, ਪਰ ਸਰਕਾਰ ਕੰਜ਼ਿਊਮਰ ਨੂੰ ਸ਼ੋਅ ਨਹੀਂ ਕਰਦੀ ਹੈਗੀ। ਹਾਲਾਂਕਿ ਇਹ ਨਹੀਂ ਕਿ ਚੋਰੀ ਕੀਤੀ ਹੈ, ਇਹ ਹੈ ਕਿ ਵੀ ਕੰਜ਼ਿਊਮਰ ਨੂੰ ਨਹੀਂ ਪਤਾ ਲੱਗਦਾ ਹੈ। ਕੰਜ਼ਿਊਮਰ ਨੂੰ ਜੇ ਐਂ ਕਹਿ ਦਈਏ ਵੀ ਤੇ ਇੰਨਾ ਟੈਕਸ ਲੱਗ ਗਿਆ, ਤਾਂ ਕੰਜ਼ਿਊਮਰ ਦਾ ਦਿਲ ਘਟੂਗਾ, ਮੈਨੂੰ ਟੈਕਸ ਦੇਣਾ ਪੈ ਗਿਆ। ਕੰਜ਼ਿਊਮਰ ਕੋਸ਼ਿਸ਼ ਕਰੂਗਾ ਮੈਨੂੰ ਟੈਕਸ ਨਾ ਦੇਣਾ ਪਵੇ, ਉਹ ਕਹੂਗਾ ਤੂੰ ਬਿੱਲ ਨਾ ਦੇ, ਰਹਿਣ ਦੇ, ਟੈਕਸ ਬਚਾ ਲੈ। ਬਹੁਤ ਲੋਕੀ ਐਂ ਕਰਦੇ ਆ ਇੰਡੀਆ ਦੇ ਵਿੱਚ। ਤਾਂ ਇੱਥੇ ਕੀ ਹੁੰਦਾ, ਦੁਕਾਨਦਾਰ ਨੂੰ ਵੀ ਪਤਾ ਕਿ ਜੇ ਮੈਂ ਉਹਨੂੰ ਐਂ ਕਹਤਾ ਕਿ ਇੰਨਾ ਟੈਕਸ ਹੈ, ਤਾਂ ਦੁਕਾਨਦਾਰ ਨੇ ਕਸਟਮਰ ਤੋਂ ਇਹ ਟੈਕਸ ਕਲੈਕਟ ਕਰਨਾ ਔਖਾ ਹੋ ਜਾਊਗਾ, ਅਤੇ ਦੁਕਾਨਦਾਰ ਨੇ ਇਹ ਕੁਛ ਨਹੀਂ ਕਹਿਣਾ ਹੈਗਾ। ਦੁਕਾਨਦਾਰ ਨੇ ਕਹਿਣਾ ਜੀ 10,080 ਰੁਪਏ ਦਾ ਫੋਨ ਹੈ। ਹੁਣ ਕੰਜ਼ਿਊਮਰ ਨੇ ਜਾਂ ਮੇਰੇ ਤੋਂ ਜਿਹੜਾ ਉਹ ਕਸਟਮਰ ਹੈ, ਉਹਨੇ ਮੈਨੂੰ ਮੰਨ ਲਓ ਮੈਂ ਹੀ ਹਾਂ, ਮੇਰੀ ਦੁਕਾਨ ਹੈ, ਮੈਂ 10,080 ਰੁਪਏ ਦਾ ਫੋਨ ਵੇਚਣਾ ਆ। ਮੈਂ ਉਹ ਕਸਟਮਰ ਤੋਂ 10,080 ਰੁਪਏ ਲੈ ਲਏ, ਪਰ ਇਹਦੇ 'ਚੋਂ 9,000 ਮੈਂ ਰੱਖਣੇ ਆ, ਬਾਕੀ ਦੇ ਪੈਸੇ ਮੈਂ ਕੀ ਕਰੂੰਗਾ, ਸਰਕਾਰ ਨੂੰ ਪੇ ਕਰੂੰਗਾ। ਹੁਣ ਜਦੋਂ ਮੈਂ ਇਹ ਸਮਾਨ ਲਿਆਂਦਾ ਸੀ, ਮੈਂ ਪੇ ਟੈਕਸ ਵੀ ਕੀਤਾ। ਇੱਥੇ ਐਂ ਕਰਦੇ ਹਾਂ, ਥੋੜ੍ਹੀ ਜਿਹੀ ਗੱਲ ਮੈਂ ਸੌਖੀ ਕਰਦਾ। ਮੰਨ ਲਓ ਕਿ ਮੇਰੇ ਕੋਲ ਗਾਹਕ ਆਇਆ, ਉਹਨੇ ਕਹਿਤਾ ਮੈਨੂੰ 10 ਹੀ ਫੋਨ ਦੇ ਦਿਓ ਜੀ, ਮੈਂ 10 ਫੋਨ ਇਕੱਠੇ ਲੈ ਜਾਂਦਾ। ਉਹਨੇ ਕੀ ਕੀਤਾ, 9,000 ਦਾ ਇੱਕ ਫੋਨ ਹੈ, ਯਾਨੀ ਆਹ ਰੇਟ ਹੋ ਗਿਆ ਇੱਕ ਫੋਨ ਦਾ, 10,080 ਰੁਪਏ ਦਾ ਇੱਕ ਫੋਨ ਹੈ। ਆਪਾਂ ਕੀ ਕੀਤਾ, 10 ਫੋਨ ਸੇਲ ਕਰਤੇ, ਤਾਂ ਇਹ 10 ਫੋਨ ਜਿਹੜੇ ਵੇਚੇ ਆ, ਇਹਦੀ ਕੀਮਤ ਕਿੰਨੀ ਬਣੂਗੀ, 10,080 ਗੁਣਾ 10 ਕਰ ਲਓ, ਇਹ ਬਣੂਗਾ 1,08,000 ਰੁਪਈਆ। ਇੰਨੇ ਦਾ ਟੈਕਸ, ਇੰਨੇ ਦਾ ਸਮਾਨ ਵਿਕਿਆ ਨਾ। ਆਪਾਂ ਇਹਦਾ ਬਿੱਲ ਪਹਿਲਾਂ ਕਿਵੇਂ ਬਣਾਵਾਂਗੇ, ਬਿੱਲ ਬਣਾਵਾਂਗੇ ਇੱਦਾਂ ਹੀ ਕਿ 9,000 ਰੁਪਏ ਦਾ ਇੱਕ ਫੋਨ ਹੈ, 10 ਫੋਨਾਂ ਦੀ ਕੀਮਤ ਬਣੇਗੀ 90,000 ਰੁਪਏ। 90,000 ਦੇ ਉੱਤੇ 6% GST ਲੱਗੂਗਾ, 6% CGST ਲੱਗੂਗਾ, 6% SGST ਲੱਗੂਗਾ। ਇਹ ਬਣ ਗਿਆ 9,654, 5400, ਆਹ ਬਣ ਜਾਊਗਾ 5400। 5400 ਜੋੜ ਕੇ ਇਹ ਬਣ ਗਏ ਉਹੀ ਜਿਹੜੇ ਮੈਂ ਪਹਿਲਾਂ ਬਣਾਏ ਸੀਗੇ, 800, 1,08,000 ਰੁਪਏ ਬਣ ਗਏ। ਹੁਣ ਅਸੀਂ ਕਸਟਮਰ ਤੋਂ 1,08,000 ਰੁਪਏ ਲੈ ਕੇ ਆਪਣੇ ਫੋਨ ਵੇਚਦੇ। ਹੁਣ ਜਿਹੜਾ ਟੈਕਸ ਅਸੀਂ ਕਸਟਮਰ ਤੋਂ ਲਿਆ ਉਹ ਕਿੰਨਾ ਆ, 5400 ਪਲੱਸ 5400। ਆਪਾਂ ਸਰਕਾਰ ਨੂੰ ਸਾਰਾ ਟੈਕਸ ਨਹੀਂ ਪੇ ਕਰਨਾ। ਸਰਕਾਰ ਨੂੰ ਪੇ ਕਰਨ ਲੱਗਿਆ ਅਸੀਂ ਇਹ ਕਹਿ ਦੇਣਾ ਹੈ ਕਿ ਸਾਡੇ ਇਸੇ ਸਮਾਨ ਦੇ ਉੱਤੇ ਪਹਿਲਾਂ ਹੀ 4,800 ਤੇ 4,800 ਟੈਕਸ ਜਾ ਚੁੱਕਿਆ। ਅਸੀਂ ਕੀ ਕਰਾਂਗੇ, 5400 ਦੇ ਵਿੱਚੋਂ 4,800 ਘਟਾ ਲਈਏ, ਬਾਕੀ ਕਿੰਨਾ ਬਚਿਆ, 600।
600 ਬਚਿਆ ਨਾ ਬਾਕੀ। ਸੈਂਟਰ ਨੂੰ ਅਸੀਂ ਕਹਾਂਗੇ ਵੀ ਇੱਦਾਂ ਹੀ ਸਟੇਟ ਨੂੰ ਵੀ ਅਸੀਂ ਕਹਾਂਗੇ 5400 ਮਾਈਨਸ 4800, ਬਾਕੀ ਬਚਿਆ 600 ਰੁਪਏ। ਅਸੀਂ ਸੈਂਟਰ ਨੂੰ ਵੀ ਤੇ ਸਟੇਟ ਨੂੰ ਵੀ ਟੈਕਸ ਦੇਣ ਲੱਗੇ ਕਹਾਂਗੇ ਵੀ 5400 ਟੈਕਸ ਸਾਡੇ ਕੋਲ ਆਇਆ, ਲੇਕਿਨ ਪਹਿਲਾਂ ਜਦੋਂ ਇਹ ਸਮਾਨ ਖਰੀਦਿਆ ਉਦੋਂ ਅਸੀਂ 4800 ਟੈਕਸ ਪਹਿਲਾਂ ਹੀ ਪੇ ਕੀਤਾ ਹੋਇਆ। ਇਹ ਸਾਡਾ ਡਿਡਕਟ ਅਸੀਂ ਵਾਪਸ ਲੈ ਲੈਣਾ ਹੈ ਜਾਂ ਅਸੀਂ ਉਹਨੂੰ ਘਟਾ ਲੈਣਾ ਹੈ, ਤੇ ਸਾਡੇ ਕੋਲ ਵਧਿਆ ਕਿੰਨਾ 600 ਰੁਪਏ। ਅਸੀਂ ਟੈਕਸ ਗਵਰਨਮੈਂਟ ਨੂੰ ਪੇ ਕਿੰਨਾ ਕਰਾਂਗੇ, ਹੁਣ ਅਸੀਂ ਪੇ ਕਰਾਂਗੇ 600, ਪਹਿਲਾਂ ਅਸੀਂ ਪੇ ਕੀਤਾ ਹੋਇਆ 4800। ਗਵਰਨਮੈਂਟ ਨੂੰ ਪੂਰੇ ਮਿਲ ਗਏ 5400 ਰੁਪਏ, ਲੇਕਿਨ ਐ ਮਿਲੇ ਕਿ 4800 ਰੁਪਏ ਮੈਂ ਪੇ ਕੀਤੇ ਆਰਐਲ ਟਰੇਡਰਸ ਨੂੰ, ਆਰਐਲ ਟਰੇਡਰ ਤੋਂ ਸਰਕਾਰ ਨੂੰ ਚਲੇ ਗਏ, ਤੇ ਜਿਹੜੇ ਹੁਣ ਮੈਂ ਸਮਾਨ ਵੇਚਿਆ 5400 ਟੈਕਸ ਲੈ ਲਿਆ, ਉਹ ਚੋਂ ਮੈਂ 4800 ਰੁਪਏ ਮਾਈਨਸ ਕਰਕੇ ਬਾਕੀ 600 ਰੁਪਏ ਮੈਂ ਗਵਰਨਮੈਂਟ ਨੂੰ ਪੇ ਕਰੂੰਗਾ। ਆਪਣੇ ਕਸਟਮਰ ਤੋਂ ਮੈਂ 5400 ਰੁਪਏ ਲੈ ਲਏ, 5400 ਰੁਪਏ ਲੈ ਕੇ ਮੈਂ ਪੇ ਕਿੰਨੇ ਕੀਤੇ 600 ਹੁਣ ਪੇ ਕੀਤੇ, 4800 ਪਹਿਲਾਂ ਪੇ ਕਰਤੇ ਸੀਗੇ, ਤਾਂ ਮੈਂ 5400 ਰੁਪਏ ਲੈ ਕੇ ਉਨਾ ਹੀ ਟੈਕਸ ਪੇ ਕਰਤਾ। ਮੈਨੂੰ ਟੈਕਸ ਇਕੱਠੇ ਕਰਨ ਦਾ ਕੋਈ ਫਾਇਦਾ ਨਹੀਂ ਹੋਇਆ, ਮੈਨੂੰ ਤਾਂ ਸਿਰਫ ਇੱਕ ਸਿਰਦਰਦੀ ਵਧ ਗਈ ਕਿ ਮੈਂ ਟੈਕਸ ਕਲੈਕਟ ਕਰਾਂ, ਇਕੱਠੇ ਕਰੀ ਚੱਲਾਂ, ਬਾਅਦ 'ਚ ਸਰਕਾਰ ਨੂੰ ਦੇ ਦੇਵਾਂ। ਕੀ ਤੁਹਾਨੂੰ ਮੇਰੀ ਗੱਲ ਸਮਝ ਲੱਗੀ ਹੁਣ? ਜਾਣੀ ਜਦੋਂ ਆਪਾਂ ਸਮਾਨ ਖਰੀਦਦੇ ਹਾਂ, ਸਮਾਨ ਖਰੀਦਣ ਦੇ ਉੱਤੇ ਜਿਹੜਾ ਟੈਕਸ ਪੇ ਕਰਦੇ ਹਾਂ, ਉਹ ਸਾਡੇ ਟੈਕਸ ਦੀ ਸਮਝ ਲਓ ਐਡਵਾਂਸ ਪੇਮੈਂਟ ਸਰਕਾਰ ਕੋਲ ਚਲੇਗੀ। ਜਦੋਂ ਉਹੀ ਸਮਾਨ ਵੇਚਦੇ ਹਾਂ, ਵੇਚਣ ਲੱਗੇ ਜਿਹੜਾ ਟੈਕਸ ਕਲੈਕਟ ਕੀਤਾ, ਇਹ ਟੈਕਸ ਅਸੀਂ ਦੇਣਦਾਰੀ ਹੈ, ਇਹਦੇ ਚੋਂ ਜਿੰਨਾ ਅਸੀਂ ਪਹਿਲਾਂ ਪੇ ਕੀਤਾ ਹੋਇਆ ਉਹ ਮਾਈਨਸ ਕਰਕੇ ਬਾਕੀ ਪੇ ਕਰਨਾ ਆ। ਸਮਝ ਆਈ? ਮੈਂ ਇੱਕ ਐਗਜ਼ਾਮਪਲ ਹੋਰ ਦਿੰਦਾ। ਇੱਕ ਐਗਜ਼ਾਮਪਲ ਇਸ ਤਰ੍ਹਾਂ ਦੀ ਹੋਰ ਆਪਾਂ ਲੈਂਦੇ ਹਾਂ। ਮੰਨ ਲਓ ਕਿ ਆਪਾਂ ਸ਼ਰਮਾ ਫੋਨ ਹੈ ਸਾਡੀ, ਆਪਾਂ ਨੇ ਆਰਐਲ ਟਰੇਡਰ ਤੋਂ ਲਿਆ, ਉਸ ਤੋਂ ਬਾਅਦ ਆਪਾਂ ਕਿਸੇ ਹੋਰ ਤੋਂ ਸਮਾਨ ਲੈ ਲੈਂਦੇ ਹਾਂ। ਮੰਨ ਲਓ ਕਿ KS ਕੰਪਿਊਟਰਸ ਇੱਕ ਦੁਕਾਨ ਹੈ, ਇਹਨਾਂ ਤੋਂ ਆਪਾਂ ਸਮਾਨ ਖਰੀਦਿਆ, ਸੇ ਗੁੱਡਸ ਪਰਚੇਜ਼ ਕੀਤੀਆਂ ਕਿੰਨੇ ਦੀਆਂ ਨੇ, ਮੰਨ ਲਓ ਫੋਨ ਹੀ ਲਏ ਨੇ ਆਪਾਂ, ਆਪਣੀ ਦੁਕਾਨ ਹੀ ਫੋਨ ਦੀ ਹੈ, ਆਪਾਂ 5000 ਰੁਪਏ ਵਾਲਾ ਫੋਨ ਲੈ ਲਿਆ। ਫੋਨ @ 5000 ਰੁਪਏ, ਆਪਾਂ ਨੇ 5 ਫੋਨ ਲਿਆਂਦੇ, 5 ਪੀਸ ਲਿਆਂਦੇ, ਤਾਂ ਕਿੰਨੇ ਬਣ ਗਏ 5000 ਗੁਣਾ 5 ਬਰਾਬਰ ਹੈ 25000 ਬਣ ਗਏ ਨਾ। ਇਹਦੇ 'ਤੇ GST 6% ਹੈ, ਸੈਂਟਰ ਤੇ ਸਟੇਟ ਦਾ 6% ਹੈ, ਤਾਂ ਜਿਹੜਾ CGST ਤੇ SCST ਉਹ ਕਿੰਨਾ ਬਣ ਗਿਆ 1500, 25 ਸੀਗਾ 150, 1500 ਬਣੇ, 1500 ਸੈਂਟਰ ਦਾ 1500 ਸਟੇਟ ਦਾ, ਕੁੱਲ 3000 ਰੁਪਏ ਟੈਕਸ ਪੈ ਗਿਆ, ਤੇ 25 3 28000 ਟੋਟਲ ਬਣ ਗਏ। ਇਹ ਮੇਰੀ ਖਰੀਦ ਹੋਈ ਹੈ। ਹੁਣ ਇਹੀ ਸਮਾਨ ਮੈਂ ਅੱਗੋਂ ਆਪਣੇ ਕਸਟਮਰਸ ਨੂੰ ਵੇਚਤਾ। ਮੈਂ ਕੀ ਕੀਤਾ, 5 ਫੋਨ ਵੇਚੇ, ਉਹਦਾ ਮੈਂ ਰੇਟ ਰੱਖ ਲਿਆ 6000 ਰੁਪਏ। ਮੈਂ ਚਾਹੁੰਦਾ ਕਿ ਮੈਨੂੰ 6000 ਰੁਪਏ ਪਰ ਫੋਨ ਕਮਾਈ ਮਿਲੇ। ਮੈਂ ਇਹ 30000 ਦੇ ਵੇਚਣ ਲੱਗਿਆ, ਇਹਦੇ 'ਤੇ ਵੀ ਮੈਂ ਟੈਕਸ ਲਊਂਗਾ। ਇਹਦੇ ਟੈਕਸ ਕਿੰਨਾ ਬਣ ਜਾਊਗਾ 3000, 30000 ਗੁਣਾ 6/100 1800 ਬਣ ਜਾਊਗਾ। 1800 ਪਲੱਸ 1800 ਕੁੱਲ ਕੀਮਤ ਕਿੰਨੀ ਬਣ ਗਈ 30 31 32 33600 ਬਣ ਗਈ। 3600 ਟੈਕਸ ਪੈ ਗਿਆ, ਤੇ 30000 ਕੀਮਤ ਦਾ ਜੁੜ ਕੇ 33600 ਬਣ ਗਿਆ। ਹੁਣ ਇਹ ਕੀ ਹੈ ਸਾਡੀ, ਇਹ ਹੈਗੀ ਆ ਸੇਲ। ਪਰਚੇਜ਼ ਮੈਂ ਕੀਤੀ, ਉਦੋਂ ਮੈਂ ਟੈਕਸ ਪੇ ਕਰਤਾ 1500। ਜਦੋਂ ਮੈਂ ਸੇਲ ਕੀਤੀ ਉਦੋਂ ਟੈਕਸ ਮੈਂ ਕਲੈਕਟ ਕਰ ਲਿਆ 1800। ਹੁਣ ਜਿਹੜੀ ਮੇਰੀ ਟੈਕਸ ਦੀ ਲਾਇਬਿਲਿਟੀ ਹੈ ਉਹ ਕਿੰਨੀ ਬਣੂਗੀ, ਟੈਕਸ ਦੀ ਦੇਣਦਾਰੀ ਮੇਰੀ ਕਿੰਨੀ ਬਣੂਗੀ, ਮੈਂ ਸਰਕਾਰ ਨੂੰ ਟੈਕਸ ਕਿੰਨਾ ਪੇ ਕਰੂੰਗਾ। ਦੱਸੋ ਜੀ। ਨਾ 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 ਇੰਨੇ ਟਾਈਮ ਨਾ ਲਾਓ। ਮੈਂ 1800 ਰੁਪਏ ਟੈਕਸ ਲੈ ਲਿਆ ਨਾ, 1800 ਰੁਪਏ ਸਰਕਾਰ ਕਿਉਂਕਿ ਟੈਕਸ ਦਿਓ ਮੈਨੂੰ। ਇਹ ਜਿਹੜਾ 1800 ਰੁਪਇਆ ਆਪਾਂ ਆਪਣੇ ਕਸਟਮਰਸ ਤੋਂ ਲਿਆ ਟੈਕਸ 1800 ਜਮ੍ਹਾਂ 1800, ਇਹ ਟੈਕਸ ਤਾਂ ਸਰਕਾਰ ਦਾ ਨਾ। ਜਦੋਂ ਮੈਂ 1800 ਇਕੱਠਾ ਕਰਕੇ ਮੈਂ ਟੈਕਸ ਪੇ ਕਰੂੰਗਾ ਤਾਂ ਮੈਂ ਕਹੂੰਗਾ ਮੈਂ 1800 ਰੁਪਏ ਲਏ ਹੋਏ ਨੇ ਥੋੜ੍ਹੇ ਦੇਣੇ ਆ, ਲੇਕਿਨ ਇਹੀ ਸਮਾਨ ਜਦੋਂ ਮੈਂ ਖਰੀਦਿਆ ਸੀ 1500 ਮੈਂ ਟੈਕਸ ਪਹਿਲਾਂ ਪੇ ਕੀਤਾ ਹੋਇਆ, ਮੇਰਾ ਐਡਵਾਂਸ ਗਿਆ ਆਇਆ ਤੁਹਾਡੇ ਵੱਲ, ਅਸੀਂ ਕੱਟ ਕੇ ਬਾਕੀ ਕਿੰਨਾ ਬਣੂਗਾ 300 + 300। ਇਹ
CGST, ਆਹ SGST, ਇਹ ਸਾਨੂੰ ਪੇ ਕਰਨਾ ਪਊਗਾ। ਮੇਰੀ ਗੱਲ ਹਾਲੇ ਵੀ ਨਹੀਂ ਸਮਝ ਲੱਗੀ? ਤੁਸੀਂ ਇਹ ਮਾਈਨਸ ਕਰਕੇ ਰਿਜ਼ਲਟ ਕਿਉਂ ਨਹੀਂ ਦੱਸਿਆ ਹੈਗਾ? ਤੁਹਾਡਾ ਧਿਆਨ ਮੇਰੀ ਗੱਲ 'ਚ ਹੈ ਨਹੀਂ ਸੀਗਾ? ਜਿਹੜਾ ਆਹ ਟੈਕਸ ਅਸੀਂ ਸਮਾਨ ਖਰੀਦਣ ਲੱਗੇ ਹਾਂ ਗਵਰਨਮੈਂਟ ਨੂੰ ਪੇ ਕਰਦੇ ਹਾਂ, ਇਹਨੂੰ ਆਪਾਂ ਕਹਿੰਦੇ ਹਾਂ ਇਨਪੁਟ ਟੈਕਸ ਕ੍ਰੈਡਿਟ। ਇਹਨੂੰ ਆਪਾਂ ਇਨਪੁਟ ਟੈਕਸ ਕ੍ਰੈਡਿਟ ਕਹਿੰਦੇ ਹਾਂ। ਵੀ ਸਮਾਨ ਖਰੀਦਣ ਲੱਗਿਆਂ ਇਨਪੁਟ ਮਤਲਬ ਸਮਾਨ ਆਇਆ, ਉਸ ਸਮੇਂ ਜਿਹੜਾ ਟੈਕਸ ਪੇ ਕਰਤਾ ਸਾਡਾ ਜਮ੍ਹਾਂ ਹੋ ਗਿਆ। ਇਹ ਸਾਡੀ ਐਂ ਮੰਨ ਸਕਦੇ ਹਾਂ ਵੀ ਜਿਵੇਂ ਆਪਾਂ ਬੈਂਕ 'ਚ ਪੈਸੇ ਜਮ੍ਹਾਂ ਕਰਾਤੇ, ਉਵੇਂ ਸਾਡਾ ਪੈਸਾ ਬੈਂਕ 'ਚ ਜਮ੍ਹਾਂ, ਬੈਂਕ 'ਚ ਨਹੀਂ, ਇਹ ਗਵਰਨਮੈਂਟ ਦੇ ਖਾਤੇ 'ਚ ਜਾਂ ਗਵਰਨਮੈਂਟ ਦੇ ਕੋਲ ਜਮ੍ਹਾਂ ਪਿਆ। ਇਹ ਸਮਾਨ ਦਾ ਟੈਕਸ ਅਸਲੀ ਕਦੋਂ ਲੱਗਦਾ ਹੈ? ਗਵਰਨਮੈਂਟ ਨੂੰ ਪਤਾ ਵੀ ਇਹ ਟੈਕਸ ਵਾਲੇ ਸਮਾਨ ਅਸਲੀ ਵਿਕਿਆ ਨਹੀਂ ਹੈਗਾ। ਗਵਰਨਮੈਂਟ ਨੇ ਟੈਕਸ ਸਾਡੇ ਤੋਂ ਨਹੀਂ ਲੈਣਾ ਹੈਗਾ, ਗਵਰਨਮੈਂਟ ਨੇ ਟੈਕਸ ਲੈਣਾ ਹੈਗਾ ਐਂਡ ਤੋਂ, ਜਿਹਨੇ ਫੋਨ ਯੂਜ਼ ਕਰਨਾ ਹੈ। ਕੰਜ਼ਿਊਮਰ ਤੋਂ ਟੈਕਸ ਲੈਣਾ ਹੈ, ਦੁਕਾਨਦਾਰ ਤੋਂ ਟੈਕਸ ਨਹੀਂ ਲੈਣਾ। ਦੁਕਾਨਦਾਰ ਦੀ ਸਿਰਫ ਜ਼ਿੰਮੇਵਾਰੀ ਟੈਕਸ ਕਲੈਕਸ਼ਨ ਦੀ ਹੈ। ਤਾਂ ਗਵਰਨਮੈਂਟ ਨੇ ਸੋਚ ਲਿਆ ਵੀ ਠੀਕ ਹੈ ਜੀ 1500 ਰੁਪਏ ਫਿਲਹਾਲ ਇਹਨੇ ਸਾਨੂੰ ਦੇਤੇ ਐਡਵਾਂਸ ਟੈਕਸ। ਜਦੋਂ ਇਹ ਸਮਾਨ ਵਿਕੂਗਾ ਉਦੋਂ ਅਸਲੀ ਟੈਕਸ ਮਿਲੂਗਾ, ਉਹ ਅਸਲੀ ਟੈਕਸ ਮਿਲੂਗਾ। ਹਾਲੇ ਇਹ ਸਰਕਾਰ ਦੀ ਇਨਕਮ ਨਹੀਂ ਹੈਗੀ। ਸਰਕਾਰ ਨੇ ਇੱਕ ਸਾਈਡ 'ਤੇ ਰੱਖ ਲਈ ਵੀ 15000 ਰੁਪਏ ਮੇਰੇ ਕੋਲ ਆ ਗਏ, ਕੋਈ ਗੱਲ ਨਹੀਂ ਆ ਗਏ, ਠੀਕ ਹੈ। ਉਹਨੂੰ ਪਤਾ ਵੀ ਇਨਕਮ ਤਾਂ ਹੋਊਗੀ, ਸਮਾਨ ਅੱਗੇ ਨਾ ਕਦੇ ਵਿਕੂਗਾ ਹੀ ਨਾ। ਜਦ ਤੱਕ ਇਹ ਸਮਾਨ ਮੇਰੇ ਕੋਲੇ ਪਿਆ ਵਿਕਿਆ ਨਹੀਂ, ਉਦੋਂ ਤੱਕ ਮੇਰੇ ਪੈਸੇ ਸਰਕਾਰ ਵੱਲ ਹੀ ਚਲੇ ਗਏ। ਸਰਕਾਰ ਨੂੰ ਇਹ ਨਾ ਪਤਾ ਕਿ ਉਹ ਸਰਕਾਰ ਕੋਲੇ ਪੈਸੇ ਮੇਰੇ ਚਲੇ ਗਏ, ਲੇਕਿਨ ਸਰਕਾਰ ਨੇ ਹਲੇ ਉਹਨੂੰ ਖਰਚ ਨਹੀਂ ਕੀਤੇ ਹੈਗੇ। ਸਰਕਾਰ ਨੇ ਇਹ ਮੰਨਿਆ ਵੀ ਇਹ ਹਲੇ ਪੇਮੈਂਟ ਜਾਂ ਇਹ ਜਿਹੜੇ 1500 ਰੁਪਏ ਨੇ ਇਹ ਉਹਨੇ ਮੈਨੂੰ ਦੇਣੇ ਆ, ਮੇਰੇ ਵੱਲੋਂ ਸਰਕਾਰ ਨੂੰ ਐਡਵਾਂਸ ਚਲੇ ਗਏ। ਜਿੱਦਾਂ ਬੈਂਕ 'ਚ ਮੈਂ ਪੈਸੇ ਜਮ੍ਹਾਂ ਕਰਾਤੇ ਤਾਂ ਉਹ ਪੈਸੇ ਮੈਂ ਜਦੋਂ ਮਰਜ਼ੀ ਲੈ ਸਕਦਾ ਹਾਂ। ਇੱਦਾਂ ਹੀ ਇਹ 1500 ਰੁਪਏ ਜਿਹੜੇ ਮੇਰੇ ਸਰਕਾਰ ਕੋਲੇ ਪਏ ਨੇ ਇਹ ਮੈਂ ਲੈ ਸਕਦਾ ਹਾਂ। ਪਰ ਮੈਂ ਲਊਂਗਾ ਕਿਉਂ? ਕਿਉਂਕਿ ਮੈਨੂੰ ਨਹੀਂ ਮਿਲਣੇ, ਮੈਂ ਨਹੀਂ ਵੀ ਲਊਂਗਾ, ਨਾ ਹੀ ਗਵਰਨਮੈਂਟ ਨੇ ਮੈਨੂੰ ਪੇ ਕਰਨਾ। ਗਵਰਨਮੈਂਟ ਕਹੂਗੀ ਤੁਸੀਂ ਸਮਾਨ ਵੇਚੋ, ਵੇਚ ਕੇ ਇਹਦਾ ਟੈਕਸ ਲੈ ਲਓ। ਹੁੰਦਾ ਵੀ ਐਵੇਂ ਹੈ, ਆਪਾਂ ਨੇ ਸਮਾਨ ਖਰੀਦ ਲਿਆ, ਟੈਕਸ ਪੇ ਕਰਤਾ, ਸਰਕਾਰ ਕੋਲ ਸਾਡਾ ਪੈਸਾ ਜਮ੍ਹਾਂ ਹੋ ਗਿਆ, ਉਹ ਐਡਵਾਂਸ ਜਮ੍ਹਾਂ ਹੋ ਗਿਆ। ਹੁਣ ਜਦੋਂ ਅਸੀਂ ਸਮਾਨ ਵੇਚਾਂਗੇ ਤਦ ਸਰਕਾਰ ਦੀ ਇਨਕਮ ਬਣਨੀ ਹੈ। ਸਰਕਾਰ ਦੀ ਇਨਕਮ ਕਦੋਂ ਬਣੂਗੀ? ਜਦੋਂ ਮੈਂ ਐਂਡ ਦੇ ਉੱਤੇ ਕਿਸੇ ਕੰਜ਼ਿਊਮਰ ਨੂੰ ਵੇਚੂੰਗਾ। ਮੰਨ ਲਓ ਮੇਰੇ ਕੋਲ ਕਸਟਮਰ ਆ ਗਿਆ, ਉਹਨੇ ਫੋਨ ਯੂਜ਼ ਕਰਨ ਵਾਸਤੇ ਮੇਰੇ ਤੋਂ ਖਰੀਦ ਲਿਆ। ਜਦੋਂ ਖਰੀਦਿਆ ਤਾਂ ਮੈਂ ਉਹ ਤੋਂ ਟੈਕਸ ਵੀ ਲੈਣਾ ਆ। ਮੈਂ ਟੈਕਸ 1800 ਕਿਉਂ ਲਿਆ, 1500 ਕਿਉਂ ਨਹੀਂ ਲਿਆ? ਕਿਉਂਕਿ ਸਮਾਨ ਦੀ ਕੀਮਤ ਵੱਧ ਗਈ, ਵਧੀ ਹੋਈ ਕੀਮਤ 'ਤੇ ਟੈਕਸ ਵੱਧ ਜਾਊਗਾ। ਮੈਂ 1800 ਰੁਪਏ ਟੈਕਸ ਲੈ ਲਏ। ਇਹ ਟੈਕਸ ਜਿਹੜਾ ਮੈਂ ਲੈ ਲਿਆ ਇਹਨੂੰ ਆਪਾਂ ਕਹਿੰਦੇ ਆ ਆਊਟਪੁੱਟ ਟੈਕਸ। ਇਹਨੂੰ ਆਪਾਂ ਆਊਟਪੁੱਟ ਟੈਕਸ ਕਹਿੰਦੇ ਆ। ਆਊਟਪੁੱਟ ਟੈਕਸ ਮਤਲਬ ਸਮਾਨ ਵੇਚਣ 'ਤੇ ਟੈਕਸ ਹੋ ਗਿਆ। ਹੁਣ ਜਿਹੜਾ ਆਊਟਪੁੱਟ ਟੈਕਸ ਹੈ ਇਹ ਅਤੇ ਜਿਹੜਾ ਇਨਪੁੱਟ ਟੈਕਸ ਹੈ ਇਹ ਦੋਨੇ ਆਪਾਂ ਨੋਟ ਕਰੀ ਜਾਣੇ ਆ। ਫਿਰ ਜਦੋਂ ਆਪਾਂ ਪੇਮੈਂਟ ਕਰਨੀ ਹੈ ਟੈਕਸ ਦੀ, ਹਰ ਮਹੀਨੇ ਦੇ ਅਖੀਰ 'ਤੇ ਆਪਾਂ ਨੂੰ ਹਿਸਾਬ ਦੇ ਕੇ ਪੇਮੈਂਟ ਕਰਨੀ ਪੈਂਦੀ ਹੈ। ਤਾਂ ਜਦੋਂ ਮਹੀਨਾ ਖਤਮ ਹੋਣਾ ਉਦੋਂ ਆਪਾਂ ਦੇਖਾਂਗੇ ਸਾਡਾ ਇਨਪੁੱਟ ਟੈਕਸ ਕਿੰਨਾ ਆ ਅਤੇ ਆਊਟਪੁੱਟ ਟੈਕਸ ਕਿੰਨਾ ਆ। ਇਹਨਾਂ ਦਾ ਜਿਹੜਾ ਜੋੜ ਲਾ ਲਿਆ, ਇਹਦਾ ਜੋੜ ਕਰ ਲਿਆ, ਤਾਂ ਮੈਂ ਇੱਕ ਐਂਟਰੀ ਬਣਾਈ ਆ। ਹੁੰਦਾ ਤਾਂ ਕੀ ਹੈ, ਇੱਕ ਮਹੀਨੇ ਵਿੱਚ ਕਈ ਸਾਰੇ ਬਿੱਲ ਆ ਜਾਂਦੇ ਨੇ, ਇੱਕ ਮਹੀਨੇ 'ਚ ਕਈ ਸਾਰੇ ਬਿੱਲ ਆਪਾਂ ਵੇਚੇ ਵੀ ਨੇ। ਯਾਨੀ ਆਹ ਸਾਡੀ ਖਰੀਦ ਹੈ, ਆਹ ਸਾਡੀ ਸੇਲ ਹੈ। ਜ਼ਰੂਰੀ ਵੀ ਨਹੀਂ ਹੁੰਦਾ ਵੀ ਆਪਾਂ ਨੇ 10 ਫੋਨ ਲੈ ਕੇ 10 ਹੀ ਵੇਚਦੇ। ਹੋ ਸਕਦਾ 10 ਫੋਨ ਲਏ ਨੇ, ਹਾਲੇ ਵਿਕਿਆ ਆਪਣੇ ਕੋਲ ਇੱਕੋ ਹੀ ਆ। ਕਸਟਮਰ ਆਊਗਾ ਤਾਂ ਹੀ ਆਪਾਂ ਸਮਾਨ ਵੇਚਾਂਗੇ ਨਾ। ਕਈ ਵਾਰੀ ਐਵੇਂ ਹੁੰਦਾ ਵੀ ਇਨਪੁੱਟ ਤਾਂ ਜ਼ਿਆਦਾ ਹੈ ਪਰ ਆਊਟਪੁੱਟ ਘੱਟ ਹੈ। ਆਊਟਪੁੱਟ ਘੱਟ ਤਾਂ ਆ ਕਿਉਂਕਿ ਆਪਣਾ ਸਮਾਨ ਆਪਣੇ ਕੋਲ ਪਿਆ, ਹਾਲੇ ਸਾਰਾ ਵਿਕਿਆ ਨਹੀਂ ਹੈਗਾ। ਔਰ ਜੇ ਆਊਟਪੁੱਟ ਅਲਟੀਮੇਟ ਤਾਂ ਆਊਟਪੁੱਟ ਵਧੂਗਾ ਹੀ ਵਧੂਗਾ, ਪਰ ਹੋ ਸਕਦਾ ਕਿਸੇ ਮਹੀਨੇ ਸਾਡੀ ਸਮਾਨ ਦੀ ਖਰੀਦ ਜ਼ਿਆਦਾ ਹੋਵੇ ਅਤੇ ਵਿਕਰੀ ਸਾਡੀ ਘੱਟ ਹੋਈ ਹੈ। ਉਸ ਕੇਸ 'ਚ ਕੀ ਹੋਊਗਾ? ਇਨਪੁੱਟ ਜ਼ਿਆਦਾ ਹੈ, ਆਊਟਪੁੱਟ ਘੱਟ ਹੈ। ਫਿਰ ਅਸੀਂ ਸਰਕਾਰ ਨੂੰ ਕਹਿ ਦੇਣਾ ਹੈ ਵੀ ਸਾਡਾ ਤਾਂ ਆਊਟਪੁੱਟ ਟੈਕਸ ਪਹਿਲਾਂ ਹੀ ਘੱਟ ਹੈ, ਤੁਹਾਡੇ ਵੱਲ ਗਏ ਵੱਧ ਹੋਇਆ, ਤਾਂ ਆਪਾਂ ਨੂੰ ਪੇ ਨਹੀਂ ਕਰਨਾ ਪਊਗਾ। ਆਪਾਂ ਪੇ ਕਦੋਂ ਕਰਾਂਗੇ? ਜਦੋਂ ਸਾਡਾ ਆਊਟਪੁੱਟ ਵੱਧ ਹੋਇਆ, ਇਨਪੁੱਟ ਘੱਟ ਹੋਇਆ। ਯਾਨੀ ਅਸੀਂ ਕੀ ਕਰਨਾ ਹੈ, ਜਿਹੜੀ ਟੈਕਸ ਲਾਇਬਿਲਿਟੀ ਉਹ ਹਮੇਸ਼ਾ ਕਿਹਦੇ ਬਰਾਬਰ ਹੁੰਦੀ ਹੈ? ਟੈਕਸ ਲਾਇਬਿਲਿਟੀ ਇਜ਼ ਇਕੁਅਲ ਟੂ ਇਨਪੁੱਟ ਟੈਕਸ ਮਾਈਨਸ ਆਊਟਪੁੱਟ ਟੈਕਸ ਮਾਈਨਸ ਇਨਪੁੱਟ ਟੈਕਸ। ਆਊਟਪੁੱਟ ਟੈਕਸ ਮਾਈਨਸ ਇਨਪੁੱਟ ਟੈਕਸ। ਆਪਾਂ ਆਊਟਪੁੱਟ ਟੈਕਸ 'ਚੋਂ ਇਨਪੁੱਟ ਟੈਕਸ ਨੂੰ ਘਟਾਵਾਂਗੇ, ਜਿਹੜਾ ਬਾਕੀ ਡਿਫਰੈਂਸ ਬਚੂਗਾ ਉਹ ਆਪਣੀ ਲਾਇਬਿਲਿਟੀ ਹੋਊਗੀ, ਉਹ ਆਪਣੀ ਦੇਣਦਾਰੀ ਹੋਊਗੀ। ਇਹ ਗੱਲ ਹੁਣ ਸਮਝ ਲੱਗੀ? ਹੁਣ ਜਦੋਂ ਆਪਾਂ ਐਂਟਰੀ ਪਾਉਣੀ ਆ, ਆਪਾਂ ਨੋਟ ਵੀ ਤਾਂ ਕਰਨਾ ਨਾ ਕਿ ਸਾਡਾ ਇਨਪੁੱਟ ਟੈਕਸ ਕਿੰਨਾ ਹੈ ਅਤੇ ਆਊਟਪੁੱਟ ਟੈਕਸ ਕਿੰਨਾ ਹੈ। ਇਹਦੀ ਨੋਟਿੰਗ ਕਿਵੇਂ ਕਰਨੀ ਆ ਉਹ ਮੈਂ ਤੁਹਾਨੂੰ ਦੱਸਣ ਲੱਗਿਆ। ਤੁਹਾਡੇ ਕੋਲ ਇੱਕ ਐਂਟਰੀ ਹੈ, 8ਵੀਂ ਐਂਟਰੀ ਹੈ। 8ਵੀਂ ਐਂਟਰੀ ਵਿੱਚ
ਗੁੱਡਸ ਪਰਚੇਜ਼ ਕੀਤੀਆਂ ਨੇ ਆਰਐਲ ਟ੍ਰੇਡਰਸ ਤੋਂ, ਤੁਸੀਂ ਇਹ ਇੱਥੋਂ ਐਂਟਰੀ ਆਪੇ ਪਾਈ ਹੋ। ਮੈਂ ਆਹ ਐਂਟਰੀ ਪਾ ਕੇ ਦਿਖਾਉਣਾ। ਮੰਨ ਲਓ ਆਪਾਂ ਕੇਐਸ ਕੰਪਿਊਟਰ ਤੋਂ ਸਮਾਨ ਲੈਂਦਾ 25000 ਦਾ, ਸਾਡੀ ਪਰਚੇਜ਼ ਹੋਈ 25000 ਦੀ। ਆਪਾਂ ਪਰਚੇਜ਼ ਦੀ ਐਂਟਰੀ ਆਪਣੀ ਕਿਤਾਬਾਂ 'ਚ ਜਰਨਲ ਕਿੱਦਾਂ ਬਣਾਉਣੀ ਆ? ਆਪਾਂ ਨੇ ਪਰਚੇਜ਼ ਕੀਤਾ ਆ, ਆਪਾਂ ਡੈਬਿਟ ਕਰਾਂਗੇ ਸਮਾਨ ਪਰਚੇਜ਼ ਨੂੰ, ਡੈਬਿਟ ਪਰਚੇਜ਼ ਅਕਾਊਂਟ। ਸਮਾਨ ਆਇਆ 25000 ਦਾ, ਉੱਪਰ ਐਂਟਰੀ ਹੈ ਨਾ 25000 ਦਾ ਸਮਾਨ ਖਰੀਦਿਆ, ਤਾਂ 25000 ਰੁਪਏ ਆਪਾਂ ਡੈਬਿਟ ਕਰਨਾ ਕਿ ਪਰਚੇਜ਼ ਅਕਾਊਂਟ ਨੂੰ। ਫਿਰ ਜਿਹੜਾ ਆਹ ਟੈਕਸ ਪੇ ਕਰਤਾ ਸੈਂਟਰ ਨੂੰ ਤੇ ਸਟੇਟ ਨੂੰ, ਇਹਦੇ ਵਾਸਤੇ ਆਪਾਂ ਅਲੱਗ ਇੱਥੇ ਲਿਖਾਂਗੇ ਵੀ 1500 ਰੁਪਏ 1500 ਰੁਪਏ, ਦੋਨੇ ਐਂਟਰੀਆਂ ਅਲੱਗ-ਅਲੱਗ ਲਿਖਾਂਗੇ। CGST ਇਨਪੁਟ, ਇਹਨੂੰ ਇਨਪੁਟ ਹੀ ਕਹ ਲਓ ਬਸ, CGST ਇਨਪੁਟ, ਔਰ ਇਹਨੂੰ ਕਹਿ ਦਿਓ SGST ਇਨਪੁਟ। ਇਹ ਸਰਕਾਰ ਵੰਨੀ, ਸੈਂਟਰ ਵੰਨੀ, ਆ ਸਟੇਟ ਵੰਨੀ, ਟੈਕਸ ਚਲਾ ਗਿਆ। ਜਿਹੜੇ 1500 ਰੁਪਏ ਆਪਾਂ ਪੇ ਕੀਤੇ ਹੋਏ ਨੇ ਸਮਾਨ ਖਰੀਦਣ ਤੇ ਟੈਕਸ, ਉਹ ਟੈਕਸ ਅਲੱਗ ਖਾਤੇ 'ਚ ਪਾ ਦੇਣਾ ਆ। ਖਾਤੇ ਦਾ ਨਾਮ ਪਾ ਦੇਵਾਂਗੇ CGST ਇਨਪੁਟ, ਔਰ ਦੂਜੇ ਦਾ ਨਾਮ ਪਾ ਦਾਂਗੇ SGST ਇਨਪੁਟ, ਤੇ ਆ ਗਿਆ ਪਰਚੇਸ। ਇਹ ਤਿੰਨੇ ਰਕਮਾਂ ਡੈਬਿਟ ਕਰਤੀਆਂ, ਡੈਬਿਟ 'ਚ 3 ਰਕਮਾਂ ਹੋ ਗਈਆਂ। ਇਹਦਾ ਜੋੜ ਕਰ ਲਓ, ਇਹਦਾ ਜੋੜ ਆ ਗਿਆ 28000। ਤੇ ਕ੍ਰੈਡਿਟ ਕੀ ਕਰਾਂਗੇ? ਜੇ ਤਾਂ ਇਹ ਬੰਦੇ ਨੂੰ ਆਪਾਂ ਪੇਮੈਂਟ ਨਗਦ ਦੇਤੀ ਫਿਰ ਤਾਂ ਕੈਸ਼ ਕ੍ਰੈਡਿਟ ਕਰ ਦਿੰਦੇ ਆ, ਪਰ ਮੰਨ ਲਓ ਕਿ ਆਪਾਂ ਕੇਐਸ ਕੰਪਿਊਟਰ ਤੋਂ ਸਮਾਨ ਲੈ ਕੇ ਪੇਮੈਂਟ ਨਗਦ ਨਹੀਂ ਕੀਤੀ ਹੈਗੀ, ਉਹ ਆਪਾਂ ਬਾਅਦ 'ਚ ਟ੍ਰਾਂਸਫਰ ਕਰਾਂਗੇ ਬੈਂਕ ਦੇ ਥਰੂ, ਤੇ ਆਪਾਂ ਫਿਰ ਕ੍ਰੈਡਿਟ ਕਰਾਂਗੇ ਕੇਐਸ ਕੰਪਿਊਟਰਸ ਜਿੱਤੋਂ ਸਮਾਨ ਖਰੀਦਿਆ ਉਹਨੂੰ ਕਿੰਨੇ ਰੁਪਏ? 28000, ਕਿ 28000 ਦੇ ਦੇਣੇ ਆ। ਤਾਂ ਆਹ ਵਾਚਰ ਜਾਂ ਆਹ ਜਰਨਲ ਇੱਦਾਂ ਬਣੂਗੀ। ਪਹਿਲਾਂ ਆਪਾਂ ਹੁਣ ਤੱਕ ਵਾਚਰ ਬਣਾਏ ਨਾ, ਆਪਾਂ ਸਿੰਪਲੀ ਕਹਿ ਦਿੰਦੇ ਆ ਪਰਚੇਜ਼ ਅਕਾਊਂਟ ਡੈਬਿਟ, ਕੇਐਸ ਕੰਪਿਊਟਰ ਕ੍ਰੈਡਿਟ। ਲੇਕਿਨ ਜੇ ਟੈਕਸ ਲੱਗਿਆ ਹੋਵੇ ਤਾਂ ਫਿਰ ਪਰਚੇਜ਼ ਔਰ ਟੈਕਸ ਇਨਪੁਟ ਦੋ ਹੋ ਜਾਣਗੇ, CGST ਇਨਪੁਟ, SGST ਇਨਪੁਟ। ਇਹਨੂੰ ਡੈਬਿਟ ਕਰਾਂਗੇ ਤੇ ਕ੍ਰੈਡਿਟ ਕਰਾਂਗੇ ਉਹ ਪਰਸਨ ਜਿੱਥੋਂ ਸਮਾਨ ਲਿਆਂਦਾ। ਠੀਕ ਹੈ। ਹੁਣ ਜਿਹੜੀ ਤੁਹਾਡੇ ਕੋਲੇ ਪਰਚੇਜ਼ ਹੈ, ਤੁਸੀਂ ਉਹਦੀ ਐਂਟਰੀ ਐਵੇਂ ਪਾਉਣੀ ਹੈ। ਐਵੇਂ ਮੈਂ ਐਗਜ਼ਾਮਪਲ ਦੇਣਾ ਆ ਸੇਲ ਦੀ। ਹੁਣ ਆਪਾਂ ਸਮਾਨ ਵੇਚਿਆ 30000 ਦਾ, ਜਿਹੜੀ ਸਮਾਨ ਦੀ ਵਿਕਰੀ ਹੈ ਉਹ 30000 ਹੈ, ਨਾ ਕਿ 33600। 33600 ਦਾ ਟੋਟਲ ਆ ਗਿਆ ਨਾ, 33600 ਟੋਟਲ ਹੈ, ਬਟ ਸਮਾਨ ਦੀ ਵਿਕਰੀ 30000 ਹੈ, ਬਾਕੀ ਟੈਕਸ ਹੈ। ਤੇ ਅਸੀਂ ਇਹਦੀ ਐਂਟਰੀ ਕਿਵੇਂ ਪਾਉਣੀ ਹੈ? ਸੇਲ ਦੀ ਐਂਟਰੀ ਹਮੇਸ਼ਾ ਐਂ ਪਾਉਣੀ ਹੈ, ਆਪਾਂ ਡੈਬਿਟ ਕਰਾਂਗੇ। ਬੋਲੋ ਕਿਹਨੂੰ ਡੈਬਿਟ ਕਰਾਂਗੇ? ਇਹ ਪੈਸੇ ਮੰਨ ਲਓ ਕਿ ਸਾਨੂੰ ਨਗਦ ਆ ਗਏ, ਆਪਾਂ ਨੇ ਇਹ ਸਮਾਨ ਕੈਸ਼ ਵੇਚਿਆ, ਆਪਣੇ ਕੋਲੇ ਪੈਸੇ ਨਗਦ ਆ ਗਏ। ਡੈਬਿਟ ਕੈਸ਼ ਕਿੰਨੇ ਰੁਪਏ? 33600। 33600। ਤੇ ਕ੍ਰੈਡਿਟ ਕੀ ਕਰਾਂਗੇ? ਕ੍ਰੈਡਿਟ ਸੇਲ ਅਕਾਊਂਟ ਕਿੰਨੇ ਰੁਪਏ? 33600। ਨਹੀਂ, ਸੇਲ ਕਰਨੀ ਹੈ 30000 ਦੀ ਕ੍ਰੈਡਿਟ। 30000। ਤੇ ਜਿਹੜਾ ਟੈਕਸ ਆਪਾਂ ਨੇ ਲੈ ਲਿਆ ਉਹਨੂੰ ਆਪਾਂ ਕਹਿੰਦੇ ਆ CGST ਆਊਟਪੁੱਟ। ਜਿਹੜਾ ਸਮਾਨ ਸੇਲ ਕਰਨ ਤੇ ਟੈਕਸ ਲਿਆ ਉਹ CGST ਆਊਟਪੁੱਟ ਜਾਂ ਫਿਰ SGST ਆਊਟਪੁੱਟ। ਇਹ ਕਿੰਨਾ ਆ ਗਿਆ? 1800 ਪਲੱਸ ਆ ਵੀ 1800। ਇਹਦਾ ਜੋੜ ਕਰੀਏ, ਇਹਦਾ ਜੋੜ ਆ ਗਿਆ 33600। ਹਮੇਸ਼ਾ ਜੋੜ ਡੈਬਿਟ ਦਾ ਤੇ ਜੋੜ ਕ੍ਰੈਡਿਟ ਦਾ ਆਲਵੇਜ਼ ਇਟ ਮਸਟ ਬੀ ਇਕੁਅਲ। ਇਹ ਐਂਟਰੀ ਐ ਪੈਣੀ ਹੈ। ਹੁਣ ਤੁਹਾਡੇ ਕੋਲੇ ਸੇਲ ਪਰਚੇਜ਼ ਦੀਆਂ ਐਂਟਰੀਆਂ ਕਈ ਨੇ ਨਾ, ਉਹ ਸਾਰੀਆਂ ਇਸ ਹਿਸਾਬ ਨਾਲ ਪਾਉਣੀਆਂ ਨੇ। ਤੁਸੀਂ ਹੁਣ ਇਹ ਕੰਪਲੀਟ ਕਰ ਲਓ ਵਾਚਰ, ਬਾਕੀ ਕੰਮ ਆਪਾਂ ਕੱਲ੍ਹ ਕਰਦੇ ਹਾਂ।